सगल द्वार कौ छाड़ कै गहियो तुहारू द्वार। बाहें गहें की लाज आस गोबिंद दास तुहार। बेशुमार अथाह अगणत अतुल। ज्यों बुलावहो त्यों नानक दास बोलै। बेशुमार अथाह अगणत अतुल। ज्यों बुलावहो त्यों नानक दास बोलै। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਲਬਦੋ ਮਿੱਤਰ ਸੋ ਮਿੱਤੋ, ਬਿਦਾਰਨ ਕਦੇ ਨਾ ਚਿੱਤੋ। ਜਾ ਕਾ ਅਸਥਲ ਤੋਲ ਅਮਿਤੋ, ਸੋਈ ਨਾਨਕ ਸਖਾ ਜੀ ਸੰਗ ਕੀਤੋ। ਹਰ ਲਬਦੋ ਮਿੱਤਰ ਸੋ ਮਿੱਤੋ, ਬਿਦਾਰਨ ਕਦੇ ਨਾ ਚਿੱਤੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਅਪਰੰਪਾਰ ਹੈ, ਮਥੁਰਾ ਭੱਟ ਜੀ ਫਰਮਾਉਂਦੇ ਹਨ, ਇਹ ਦੁਨੀਆ ਦੇ ਲੋਗੋ, ਜੇ ਕਿਸੇ ਨੇ ਰੱਬ ਦੇ ਦੀਦਾਰ ਕਰਨੇ ਹਨ, ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰ ਲਵੋ। ਭਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਾਖਸ਼ਾਤ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਗਾਥਾ ਬਾਣੀ ਦੁਆਰਾ ਹਰੀ ਕ੍ਰਿਸ਼ਨ, ਹਰੀ ਲਾਲ ਤੇ ਹਰੀ ਕ੍ਰਿਸ਼ਨ ਦੋ ਪੰਡਤ ਆਏ ਹਨ ਕਾਂਸ਼ੀ ਤੋਂ। ਉਹਨਾਂ ਦੇ ਪਰਥਾਏ ਪਹਿਲਾਂ ਸੰਸਕ੍ਰਿਤੀ ਭਾਸ਼ਾ ਦੇ 67 ਸ਼ਲੋਕ ਉਚਾਰਨ ਕੀਤੇ। ਫਿਰ ਇਹਨਾਂ ਬੇਨਤੀ ਕੀਤੀ, ਮਹਾਰਾਜ ਆਪ ਜੀ ਹੋਰ ਕੋਈ ਗਾਥਾ ਸੁਣਾਓ। ਗਾਥਾ ਦਾ ਅਰਥ ਕਥਾ ਵੀ ਹੈ, ਵੀ ਕੋਈ ਹੋਰ ਕਥਾ ਵਾਰਤਾ ਸੁਣਾਓ। ਤਾਂ ਹਜ਼ੂਰ ਨੇ ਗਾਥਾ ਬਾਣੀ ਉਚਾਰਨ ਕੀਤੀ। ਇਸ ਦੇ 24 ਸ਼ਲੋਕ ਹਨ। 12 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਰਹਿੰਦੇ ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਸ ਦੁਨੀਆ ਦੇ ਵਿੱਚ ਅਸਲੀ ਮਿੱਤਰ ਕੌਣ ਹੈ? ਤਾਂ ਹਜ਼ੂਰ ਇਸ ਦਾ ਕੀ ਜਵਾਬ ਦਿੰਦੇ ਹਨ? ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਲਬਦੋ ਮਿੱਤਰ ਸੋ ਮਿੱਤੋ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਮਿੱਤਰ ਸੁਮਿੱਤੋ, ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹਰ ਲਬਦੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਅਸੀਂ ਉਸ ਨੂੰ ਲੱਭ ਲਿਆ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਤਾਂ ਕਿ ਨਿਰਮਲ ਰੀਤ। ਉਸ ਪਾਵਨ ਸ਼ਬਦ ਦੇ ਅੰਦਰ ਹਾਜ਼ੂਰ ਨੇ 3 ਕਿਸਮ ਦੇ ਮਿੱਤਰਾਂ ਦਾ ਜ਼ਿਕਰ ਕੀਤਾ ਹੈ। ਚੌਥੇ ਨੰਬਰ 'ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਨੂੰ ਅਸਲੀ ਮਿੱਤਰ ਉਚਾਰਨ ਕੀਤਾ ਹੈ। ਪਰ ਹੁਣ ਇੱਥੇ ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਸਾਰੇ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹ ਕਿਵੇਂ? ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ, ਉਥੈ ਤੇਰੀ ਰਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਹੀਂ ਤੇਰਾ ਛੱਡ ਜਾਹੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉੱਥੇ ਸਾਡੀ ਰੱਖਿਆ ਕਰਦਾ ਹੈ, ਜਿੱਥੇ ਹੋਰ ਕੋਈ ਸਾਡੀ ਰੱਖਿਆ ਕਰ ਨਹੀਂ ਸਕਦਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਉਹ ਅਕਾਲ ਪੁਰਖ ਵਾਹਿਗੁਰੂ ਲੋਕ ਅਤੇ ਪਰਲੋਕ ਵਿੱਚ ਸਾਡੀ ਸਹਾਇਤਾ ਕਰਦਾ ਹੈ। ਇਸੇ ਲਈ ਹਾਜ਼ੂਰ ਫਰਮਾਉਂਦੇ ਹਨ, ਸਾਰੇ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਅਸੀਂ ਉਸ ਨੂੰ ਲੱਭ ਲਿਆ ਹੈ। ਬਿਦਾਰਨ ਕਦੇ ਨਾ ਚਿੱਤੋ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਮਿੱਤਰ ਹੈ, ਉਹ ਕਦੇ ਵੀ ਚਿੱਤ ਨੂੰ ਢਾਉਂਦਾ ਨਹੀਂ ਹੈ। ਭਾਵ ਕਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਂਦਾ। ਹਿਆਉ ਨਾ ਠਾਹੇ ਕਹੀਂ ਦਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਦਾ। ਅਤੇ ਇਹ ਵੀ ਵਾਹਿਗੁਰੂ ਪਰਮੇਸ਼ਰ ਦਾ ਸੁਭਾਵ ਹੈ, ਔਗਣ ਕੀਤੇ ਹਰ ਨਾ ਚਿਤਾਰੇ। ਉਸ ਵਾਹਿਗੁਰੂ ਦਾ ਇਹ ਵੀ ਬਿਰਦ ਹੈ ਕਿ ਅਫਬੋਲ ਗੁਨਾਹਾਂ ਹੈ, ਕਿ ਸ਼ਾਹਾਨ ਸ਼ਾਹਾਂ ਹੈ। ਜਿੰਨੇ ਵੀ ਸਾਡੇ ਔਗਣ ਨੇ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਮੁਆਫ ਕਰ ਦਿੰਦਾ ਹੈ। ਇਸੇ ਲਈ ਹਾਜ਼ੂਰ ਫਰਮਾਉਂਦੇ ਨੇ, ਸਾਰੇ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਅਕਾਲ ਪੁਰਖ ਹੈ। ਅਸੀਂ ਉਸ ਨੂੰ ਲੱਭ ਲਿਆ ਹੈ, ਪ੍ਰਾਪਤ ਕਰ ਲਿਆ ਹੈ। ਉਹ ਵਾਹਿਗੁਰੂ ਐਸਾ ਮਿੱਤਰ ਹੈ, ਉਹ ਕਦੇ ਸਾਡੇ ਦਿਲ ਨੂੰ ਠੇਸ ਨਹੀਂ ਪਹੁੰਚਾਉਂਦਾ, ਕਦੇ ਸਾਡੇ ਚਿੱਤ ਨੂੰ ਢਾਉਂਦਾ ਨਹੀਂ ਹੈ। ਜਾ ਕਾ ਅਸਥਲ ਤੋਲ ਅਮਿਤੋ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੇ ਅਸਥਾਨ ਦਾ ਤੋਲ, ਭਾਵ ਜਿੱਥੇ ਉਹ ਰਹਿੰਦਾ ਹੈ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਸ ਵਾਹਿਗੁਰੂ ਦਾ ਜੋ ਸੱਚਖੰਡ ਅਸਥਾਨ ਹੈ, ਉਹਦਾ ਤੋਲ ਅਮਿਤੋ, ਮਿਣਤੀ ਤੋਂ ਪਰੇ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਜਦੋਂ ਉੱਪਰਲੇ ਮੰਡਲਾਂ ਦੀ ਯਾਤਰਾ ਕਰ ਰਹੇ ਸਨ, ਧਰੂ ਮੰਡਲ ਵਿੱਚ ਪਹੁੰਚੇ ਨੇ। ਉੱਥੇ ਜਾ ਕੇ ਧਰੂ ਭਗਤ ਦੇ ਨਾਲ ਵਾਰਤਾਲਾਪ ਕੀਤਾ। ਫਿਰ ਹਾਜ਼ੂਰ ਕਹਿਣ ਲੱਗੇ, ਭਾਈ ਬਾਲੇ ਅਤੇ ਮਰਦਾਨੇ ਨੂੰ, ਤੁਸੀਂ ਇੱਥੇ ਠਹਿਰੋ, ਅਸੀਂ ਹੁਣ ਆਪਣੇ ਵਾਹਿਗੁਰੂ ਦੇ ਨਿਰੰਕਾਰ ਦੇ ਦੇਸ਼ ਵਿੱਚ ਜਾਣਾ ਚਾਹੁੰਦੇ ਹਾਂ। ਉਹਨਾਂ ਨੂੰ ਉੱਥੇ ਛੱਡ ਕੇ ਹਾਜ਼ੂਰ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਸੱਚਖੰਡ ਵਿੱਚ ਪਹੁੰਚਦੇ ਹਨ। ਇਹ ਇਤਿਹਾਸਕ ਵਾਰਤਾ ਹੈ। ਜਦੋਂ ਵਾਪਸ ਮੁੜ ਕੇ ਆਏ, ਭਾਈ ਬਾਲੇ ਅਤੇ ਮਰਦਾਨੇ ਨੇ ਪੁੱਛਿਆ, ਸਤਿਗੁਰੂ ਸੱਚਖੰਡ ਕਿੰਨੀ ਦੂਰ ਹੈ? ਤਾਂ ਹਾਜ਼ੂਰ ਨੇ ਇਹੀ ਜਵਾਬ ਦਿੱਤਾ ਸੀ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਅਸਥਾਨ
ਇੰਨਾ ਦੂਰ ਹੈ, ਉਹਨੂੰ ਕੋਹਾਂ ਦੇ ਨਾਲ ਮਿਣਿਆ ਨਹੀਂ ਜਾ ਸਕਦਾ, ਯੋਜਨਾ ਦੇ ਨਾਲ ਵੀ, ਮੀਲਾਂ ਦੇ ਨਾਲ ਵੀ, ਕਿਲੋਮੀਟਰਾਂ ਦੇ ਨਾਲ ਵੀ ਉਸ ਨੂੰ ਮਿਣਿਆ ਨਹੀਂ ਜਾ ਸਕਦਾ। ਜਿਸ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਅਸਥਾਨ ਅਤੇ ਉਸ ਦਾ ਤੋਲ ਮਿਣਤੀ ਤੋਂ ਬਾਹਰ ਹੈ। ਸੋਈ ਨਾਨਕ ਸਖਾ ਜੀ ਸੰਗ ਕੀਤੋ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰੇ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹੈ, ਅਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਜੀਵਾਤਮਾ ਦੇ ਨਾਲ ਆਪਣਾ ਪਿਆਰਾ ਮਿੱਤਰ ਬਣਾ ਲਿਆ ਹੈ। ਸੋਈ ਨਾਨਕ ਸਖਾ ਜੀ ਸੰਗ ਕੀਤੋ। ਜੀ ਤੋਂ ਭਾਵ ਹੈ ਆਪਣੀ ਜਿੰਦ ਜਾਨ ਦੇ ਨਾਲ, ਆਪਣੀ ਰੂਹ ਦੇ ਨਾਲ, ਆਪਣੀ ਜ਼ਮੀਰ ਦੇ ਨਾਲ, ਆਪਣੀ ਆਤਮਾ ਦੇ ਨਾਲ ਅਸੀਂ ਉਸ ਨੂੰ ਆਪਣਾ ਪਿਆਰਾ ਮਿੱਤਰ ਬਣਾ ਲਿਆ ਹੈ। ਆਪ ਜਸੰ ਮਿਟੰਤ ਸਤ ਪੁੱਤਰ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਿਰ ਅੱਗੇ ਫਰਮਾਉਂਦੇ ਹਨ ਵੀ ਜੇ ਕਿਸੇ ਕੋਲ ਨੂੰ ਕਲੰਕ ਲੱਗ ਜਾਵੇ, ਫਿਰ ਉਹਦੇ ਨਾਲ ਉਹਨਾਂ ਦਾ ਅਪਜਸ ਹੁੰਦਾ, ਬਦਨਾਮੀ ਹੁੰਦੀ ਹੈ। ਲੋਕ ਕਈ ਤਰ੍ਹਾਂ ਦੀ ਚਰਚਾ ਕਰਦੇ ਨੇ, ਪਰ ਜਦੋਂ ਧਰਮੀ ਪੁੱਤਰ ਕਿਸੇ ਦੇ ਘਰ ਪੈਦਾ ਹੋ ਜਾਂਦਾ ਹੈ, ਫਿਰ ਉਹ ਕੋਲ ਦਾ ਕਲੰਕ ਮਿਟ ਜਾਂਦਾ ਹੈ। ਜਿਵੇਂ ਦਸ਼ਰਥ ਰਾਜਾ ਸੀ, ਉਸਨੇ ਸਰਵਣ ਨੂੰ ਭੁਲੇਖੇ ਦੇ ਨਾਲ ਤੀਰ ਮਾਰ ਦਿੱਤਾ, ਅਤੇ ਉਸਦੇ ਮਾਤਾ ਪਿਤਾ ਅੰਧਲਾ ਅਤੇ ਅੰਧਲੀ ਸਨ। ਉਹਨਾਂ ਨੇ ਸਰਾਪ ਦੇ ਦਿੱਤਾ ਕਿ ਜਿਵੇਂ ਅਸੀਂ ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ ਮਰਨ ਲੱਗੇ ਹਾਂ, ਤੂੰ ਵੀ ਪੁੱਤਰ ਦੇ ਵਿਛੋੜੇ ਵਿੱਚ ਮਰੇ। ਜਦੋਂ ਰਾਮ ਚੰਦਰ ਜੀ ਬਣੋਵਾਸ ਨੂੰ ਜਾਣ ਲੱਗੇ, ਉਸ ਵੇਲੇ ਦਸ਼ਰਥ ਦੀ ਮੌਤ ਹੋਈ ਸੀ, ਅਤੇ ਇਹਨੇ ਸੋਚਿਆ ਵੀ ਇਹੋ ਜਿਹੇ ਜੀਵਨ ਨਾਲੋਂ, ਇਹੋ ਜਿਹੇ ਰਾਜ ਦੇ ਨਾਲੋਂ ਮਰਨਾ ਚੰਗਾ ਹੈ। ਇਹ ਵੀ ਉੱਥੇ ਖੁਦਕਸ਼ੀ ਕਰਨ ਲਈ ਤਿਆਰ ਹੋਇਆ, ਤਾਂ ਆਕਾਸ਼ਬਾਣੀ ਹੋਈ, ਦਸ਼ਰਥ ਤੂੰ ਮਰਨਾ, ਤੇਰੇ ਘਰੇ ਵਿਸ਼ਨੂੰ ਦਾ ਅਵਤਾਰ ਹੋਵੇਗਾ, ਉਸ ਦਾ ਨਾਮ ਰਾਮ ਚੰਦਰ ਜੀ ਹੋਵੇਗਾ, ਤੇਰੇ ਘਰ ਦੇ ਵਿੱਚ ਜਨਮ ਲੈਣਗੇ ਅਤੇ ਤੇਰਾ ਕਲੰਕ ਮਿਟ ਜਾਵੇਗਾ, ਤੇਰਾ ਪਾਪ ਮਿਟ ਜਾਵੇਗਾ। ਇਉਂ ਜਦੋਂ ਕੋਈ ਧਰਮੀ ਪੁੱਤਰ ਕੁਲ ਦੇ ਵਿੱਚ ਪੈਦਾ ਹੋ ਜਾਂਦਾ ਹੈ, ਕੁਲ ਦਾ ਕਲੰਕ ਵੀ ਮਿਟ ਜਾਂਦਾ ਹੈ, ਅਤੇ ਜਿਹੜੀ ਉਸ ਦੀ ਬਦਨਾਮੀ ਅਤੇ ਅਪਜਸ ਹੋ ਰਿਹਾ ਹੈ, ਉਹ ਵੀ ਮਿਟ ਜਾਂਦਾ ਹੈ। ਸਿਮਰ ਤਬ ਹਿਰਦੈ ਗੁਰ ਮੰਤਰਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਧਰਮੀ ਪੁੱਤਰ ਪੈਦਾ ਹੋਣ ਦੇ ਨਾਲ ਕੁਲ ਦਾ ਕਲੰਕ ਅਤੇ ਅਪਜਸ ਮਿਟ ਸਕਦਾ ਹੈ, ਅਤੇ ਜਿਹੜਾ ਪਰਲੋਕ ਦਾ ਜਿਹੜਾ ਰਸਤਾ ਹੈ, ਸਿਮਰਤਬ ਹਿਰਦੈ ਗੁਰ ਮੰਤਰਣ ਹੈ। ਜਦੋਂ ਆਪਾਂ ਗੁਰੂ ਦੇ ਮੰਤਰ ਨੂੰ, ਗੁਰੂ ਦਾ ਮੰਤਰ ਕਿਹੜਾ ਹੈ? ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜੋ ਪੰਜ ਪਿਆਰੇ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਾਉਂਦੇ ਨੇ, ਜਦੋਂ ਅਸੀਂ ਉਸ ਨੂੰ ਸਿਮਰਨਾ ਹੈ, ਆਪਣੇ ਹਿਰਦੇ ਵਿੱਚ ਯਾਦ ਕਰਦੇ ਹਾਂ, ਇਹਦੇ ਨਾਲ ਜਿਹੜੀ ਦਰਗਾਹ ਦਾ ਵੀ ਅਪਜਸ ਮਿਟ ਜਾਂਦਾ, ਦਰਗਾਹ ਦਾ ਵੀ ਦੁੱਖ ਅਤੇ ਅਪਮਾਨ ਦੂਰ ਹੋ ਜਾਂਦਾ ਹੈ। ਜੇ ਧਰਮੀ ਪੁੱਤਰ ਪੈਦਾ ਹੋਣ ਦੇ ਨਾਲ ਕੁਲ ਦਾ ਕਲੰਕ ਅਤੇ ਅਪਜਸ ਮਿਟਦਾ ਹੈ, ਗੁਰ ਮੰਤਰ ਦਾ ਹਿਰਦੇ ਵਿੱਚ ਸਿਮਰਨ ਕਰਨ ਦੇ ਨਾਲ ਦਰਗਾਹ ਦੇ ਵੀ ਦੁੱਖ, ਕਸ਼ਟ, ਕਲੰਕ ਦੂਰ ਹੋ ਜਾਂਦੇ ਹਨ। ਪ੍ਰੀਤਮ ਭਗਵਾਨ ਅਚੁੱਤ, ਨਾਨਕ ਸੰਸਾਰ ਸਾਗਰ ਤਾਰਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਜਿਹੜੇ ਗੁਰਸਿੱਖ ਮਾਈ ਭਾਈ ਪ੍ਰੀਤਮ ਭਗਵਾਨ ਅਚਤ, ਪ੍ਰੀਤਮ ਜੋ ਪਰਮ ਪ੍ਰੇਮ ਦਾ ਅਸਪਦ ਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਭਗਵਾਨ ਖਟ ਭਗਾਂ ਸਪੰਨ ਅਕਾਲ ਪੁਰਖ ਵਾਹਿਗੁਰੂ। ਖਟ ਭਗਾਂ ਕਿਹੜੀਆਂ ਨੇ? ਧਰਮ, ਸਵੈ ਜਸ, ਵੈਰਾਗ, ਪੁੰਨ, ਐਸ਼ਵਰ, ਸ਼੍ਰੀ ਵਿਗਿਆਨ, ਜਿਹੇ ਘਟ ਭਗਾ ਸੁਪੰਨ, ਜੋ ਤਾਹੀਂ ਕਹਿਤ ਭਗਵਾਨ। ਜਿਹਦੇ ਵਿੱਚ 6 ਭਗਾਂ ਨਿਸ਼ਾਨੀਆਂ ਹੋਣ, 6 ਚਿੰਨ੍ਹ ਹੋਣ, ਉਹਨੂੰ ਭਗਵਾਨ ਕਹਿੰਦੇ ਨੇ।
ਉਹ ਵਾਹਿਗੁਰੂ ਪਰਮੇਸ਼ਰ ਪ੍ਰੀਤਮ ਪਿਆਰਾ ਹੈ, ਖੜ ਪਗਾਂ ਸਪੰਨ ਭਗਵਾਨ ਹੈ ਅਤੇ ਆਚੋ ਤਾਂ ਗੈੜ ਸਰੂਪ ਹੈ। ਅਤੇ ਜਦੋਂ ਕੋਈ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਨਾਨਕ ਸੰਸਾਰ ਸਾਗਰ ਤਾਰਨਾ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਭਾਵ ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਵ ਸੱਚਾ ਵਿਚਾਰੋ। ਇਹ ਚਰਪਟ ਨਾਥ ਸਿੱਧ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ ਵੀ ਇਸ ਦੁਨੀਆ ਭਵ ਸਾਗਰ ਤੋਂ ਕਿਵੇਂ ਤਰਿਆ ਜਾ ਸਕਦਾ। ਤਾਂ ਸਤਿਗੁਰੂ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੋਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਨਾਨਕ ਸੰਸਾਰ ਸਾਗਰ ਤਾਰਨ। ਜਿਹੜਾ ਪ੍ਰਾਣੀ, ਜਿਹੜਾ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਫਿਰ ਵਾਹਿਗੁਰੂ ਉਸ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਮਰਣੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਅਸਲੀ ਮੌਤ, ਅਸਲੀ ਜ਼ਿੰਦਗੀ ਕੀ ਹੈ? ਹਜ਼ੂਰ ਇਸ ਦਾ ਕੀ ਜਵਾਬ ਦਿੰਦੇ ਨੇ, ਧਿਆਨ ਦੇ ਨਾਲ ਸੁਣੋ। ਸਿਆਣੇ ਪੁਰਸ਼ਾਂ ਨੇ ਕਈ ਪ੍ਰਕਾਰ ਦੀ ਮੌਤ ਲਿਖੀ ਹੈ। ਇੱਕ ਸਰੀਰਕ ਮੌਤ ਹੈ, ਦੂਸਰੀ ਆਰਥਿਕ ਮੌਤ ਹੈ, ਤੀਜੀ ਸਮਾਜਿਕ ਮੌਤ ਹੈ, ਚੌਥੀ ਰਾਜਨੀਤਿਕ ਮੌਤ ਹੈ, ਪੰਜਵੀਂ ਧਾਰਮਿਕ ਮੌਤ ਹੈ ਅਤੇ ਛੇਵੀਂ ਅਧਿਆਤਮਕ ਮੌਤ ਹੈ। ਚੱਲਦੇ ਸਵਾਸ ਰੁਕ ਜਾਂਦੇ ਹਨ, ਸਰੀਰਕ ਮੌਤ ਹੋ ਜਾਂਦੀ ਹੈ। ਧਨ ਦਾ ਆਉਣਾ ਜਾਣਾ ਬੰਦ ਹੋ ਜਾਵੇ, ਆਦਮੀ ਕੰਗਾਲ ਹੋ ਜਾਂਦਾ, ਇਹਨੂੰ ਆਰਥਿਕ ਮੌਤ ਕਹਿੰਦੇ ਨੇ। ਦੁਨੀਆ ਦੇ ਵਿੱਚ ਕੋਈ ਐਸਾ ਕਰਮ ਕਰ ਲਿਆ ਜਿਹਦੇ ਨਾਲ ਬਦਨਾਮੀ ਹੋਵੇ, ਇਹ ਸਮਾਜਿਕ ਮੌਤ ਹੈ। ਅਤੇ ਜਦੋਂ ਰਾਜਨੀਤੀ ਵਿੱਚੋਂ ਨਾਮ ਪਦਵੀ ਖੁੱਸ ਜਾਂਦੀ ਹੈ, ਇਹ ਰਾਜਨੀਤਿਕ ਮੌਤ ਹੈ। ਧਾਰਮਿਕ ਮੌਤ ਕਦੋਂ ਹੁੰਦੀ ਹੈ? ਜਦੋਂ ਆਦਮੀ ਧਰਮ ਨੂੰ ਤਿਆਗ ਦਿੰਦਾ, ਅੰਮ੍ਰਿਤ ਛਕਿਆ, ਬਾਅਦ ਵਿੱਚ ਰਹਿਤ ਬਹਿਤ ਛੱਡ ਦਿੱਤੀ, ਨਿਤਨੇਮ ਛੱਡ ਦਿੱਤਾ, ਇਹ ਧਾਰਮਿਕ ਮੌਤ ਹੈ। ਅਧਿਆਤਮਕ ਮੌਤ ਕੀ ਹੈ, ਉਹਦੇ ਬਾਰੇ ਨਿਰਣਾ ਕਰਦੇ ਨੇ, ਮਰਣੰ ਬਿਸਰਣੰ ਗੋਬਿੰਦ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ, ਮਰਣੰ, ਇਹ ਆਤਮਕ ਮੌਤ ਹੋ ਜਾਂਦੀ। ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਰੱਬ ਭੁੱਲ ਜਾਵੇ ਅਤੇ ਇਸ ਨੂੰ ਆਤਮਕ ਮੌਤ ਸਮਝਦੇ ਹਨ। ਜੀਵਨੰ ਹਰ ਨਾਮ ਧਿਆਵਣੈ। ਅਤੇ ਜਦੋਂ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ ਅਤੇ ਇਹਨੂੰ ਉਹ ਆਪਣਾ ਜੀਵਨ ਸਮਝਦੇ ਨੇ। ਇਹਦਾ ਮਤਲਬ ਇਹ ਹੋਇਆ, ਵਾਹਿਗੁਰੂ ਦਾ ਸਿਮਰਨ ਹੀ ਆਤਮਕ ਜੀਵਨ ਪ੍ਰਾਪਤ ਕਰਨ ਵਾਲਾ ਹੈ, ਆਤਮਕ ਜੀਵਨ ਬਖਸ਼ਿਸ਼ ਕਰਨ ਵਾਲਾ ਹੈ। ਅਤੇ ਵਾਹਿਗੁਰੂ ਦਾ ਭੁੱਲ ਜਾਣਾ ਹੀ ਮੌਤ ਦੇ ਬਰਾਬਰ ਹੁੰਦਾ। ਅਧਿਆਤਮਕ ਮੌਤ ਵਾਹਿਗੁਰੂ ਦਾ ਭੁੱਲ ਜਾਣਾ ਹੈ ਅਤੇ ਆਤਮਕ ਜੀਵਨ ਵਾਹਿਗੁਰੂ ਦਾ ਸਿਮਰਨ ਹੈ। ਲਬਣੰ ਸਾਧ ਸੰਗੇਨ, ਨਾਨਕ ਹਰ ਪੂਰਬ ਲਿਖਣ ਹੈ। ਇਹ ਸਿਮਰਨ, ਇਹ ਜੀਵਨ ਲੱਭਦਾ ਕਿੱਥੋਂ ਹੈ? ਲੱਭਣੰ ਸਾਧ ਸੰਗੇਨ। ਸਾਧ ਕੌਣ ਹੁੰਦੇ ਨੇ? ਸਾਧ ਰੂਪ ਆਪਣਾ ਤਨ ਧਾਰਿਆ, ਥੰਮੈ ਕੋਈ ਨਾ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋ ਹੈ। ਸਾਧ ਉੱਥੇ ਸਤਿਗੁਰੂ ਦਾ ਵਾਚਕ ਹੈ। ਸਾਧ ਗੁਰਮੁਖ ਬੰਦੇ ਨੂੰ ਵੀ ਕਹਿੰਦੇ ਨੇ। ਗੁਰਮੁਖ ਸਾਧ ਅਸਾਧ, ਸਾਧ ਸਦਾਇਆ, ਸਵੈ ਕਾਰਜ ਸਿੱਧਤੀ, ਪਰ ਕਾਰਜ ਧਾਇਤੀ, ਸਾ ਸਾਧਾ। ਸਾਧ ਵਹੀ ਜਗ ਜਾਨੀਆਂ, ਜਾ ਕੇ ਨਹੀਂ ਉਪਾਦ ਮਨ। ਐਸੇ ਜਿਹੜੇ ਸਾਧੂ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਵਿੱਚੋਂ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਹੜੇ ਨਾਮ ਦੇ ਵਪਾਰੀ ਹੋਣ, ਹੀਰੇ ਮੋਤੀਆਂ ਦੇ ਵਪਾਰੀ ਹੋਣ, ਉਹਨਾਂ ਤੋਂ ਹੀ ਹੀਰੇ ਮੋਤੀ ਪ੍ਰਾਪਤ ਹੋ ਸਕਦੇ ਨੇ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ।
ਹਾਜ਼ੂਰ ਕਹਿੰਦੇ ਨੇ ਇਹ ਸਿਮਰਨ, ਇਹ ਨਾਮ ਸਾਧ ਸੰਗਤ ਵਿੱਚੋਂ, ਮਹਾਂਪੁਰਖਾਂ ਦੀ ਸੰਗਤ ਵਿੱਚੋਂ, ਪੰਜਾਂ ਪਿਆਰਿਆਂ ਤੋਂ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਅਤੇ ਪ੍ਰਾਪਤ ਕਿਹਨੂੰ ਹੁੰਦਾ? ਨਾਨਕ ਹਰ ਪੂਰਬ ਲਿਖਣਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਮੱਥੇ 'ਤੇ ਪੂਰਬਲੇ ਚੰਗੇ ਭਾਗ ਲਿਖੇ ਹੁੰਦੇ ਨੇ ਅਤੇ ਉਹਨਾਂ ਨੂੰ ਸਾਧ ਸੰਗਤ ਵਿੱਚੋਂ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ। ਦਸਨ ਬਿਹੂਨ ਭੁਯੰਗੰ ਮੰਤਰੰ ਗਾਰੁੜੀ ਨਿਵਾਰੰ। ਲੋ ਗਰੀਬਨ ਵਾਜ ਸਤਿਗੁਰੂ ਜੀ ਨੇ ਬਾਣੀ ਵਿੱਚ ਫਰਮਾਇਆ ਹੈ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਾਉ ਫਿਰ ਖਾਏ। ਮਾਇਆ ਨਾਗਣੀ ਸਪਣੀ ਹੈ ਅਤੇ ਇਸ ਮਾਇਆ ਦੇ 5 ਪੁੱਤਰ ਨੇ। ਉਹ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਇਹ ਮਾਇਆ ਰੂਪੀ ਨਾਗਣੀ ਦੇ ਬੱਚੇ ਨੇ, ਸੱਪ ਨੇ। ਹਾਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨ ਹਨ, ਉਹ ਗਾਰੜੂ ਨੇ। ਗਾਰੜੂ ਕਿਹਨੂੰ ਕਹਿੰਦੇ ਨੇ? ਇੱਕ ਗਾਰੜੂ ਗਰੜ ਦਾ ਮੰਤਰ ਹੈ। ਗਰੜ ਇੱਕ ਪੰਛੀ ਦਾ ਨਾਮ ਹੈ ਜਿਸ ਨੂੰ ਵਿਸ਼ਨੂੰ ਜੀ ਦਾ ਵਾਹਨ ਵੀ ਮੰਨਿਆ। ਅਤੇ ਜਿਸ ਨੇ ਗਾਰੜੂ ਮੰਤਰ ਸਿੱਧ ਕੀਤਾ ਹੋਵੇ ਅਤੇ ਉਹਨੂੰ ਸੱਪ ਡੰਗ ਨਹੀਂ ਮਾਰਦਾ। ਅਤੇ ਜੇ ਕਿਸੇ ਨੂੰ ਸੱਪ ਡੰਗ ਮਾਰ ਵੀ ਦੇਵੇ, ਉਹ ਗਾਰੜੂ ਮੰਤਰ ਦੇ ਬਲ ਦੇ ਨਾਲ ਉਸ ਦੀ ਜ਼ਹਿਰ ਨੂੰ ਨਾਸ ਕਰ ਦਿੰਦਾ। ਇਹ ਗਾਰੜੂ ਮੰਤਰ ਦਾ ਪ੍ਰਭਾਵ ਹੈ। ਹਾਜ਼ੂਰ ਕਹਿੰਦੇ ਦਸਨ ਬਿਹੂਨ ਭੁਜੰਗੰ ਮੰਤਰੰ ਗਾਰੜੀ ਨਿਵਾਰੰ। ਜਿਹੜੇ ਗਾਰੜੂ ਮੰਤਰ ਦੇ ਧਾਰਨੀ ਹੁੰਦੇ ਨੇ, ਉਹ ਗਾਰੜੂ ਮੰਤਰ ਦੁਆਰਾ ਦਸਨ ਬਿਹੂਨ ਭੁਜੰਗੰ, ਭੁਜੰਗੰ ਦਾ ਅਰਥ ਹੈ ਜਿਹੜੇ ਇਹ ਮਾਇਆ ਰੂਪੀ ਸਪਣੀ ਅਤੇ ਜਿਹੜੇ ਦੇ 5 ਪੁੱਤ ਨੇ, 5 ਵਿਕਾਰ ਸੱਪਾਂ ਵਾਂਗੂ ਸਾਨੂੰ ਡੰਗਦੇ ਨੇ। ਇਹਨਾਂ ਦੇ ਜਿਹੜੇ ਦੰਦ ਨੇ, ਦੰਦ ਕਿਹੜੇ ਨੇ? ਜਿਹੜੇ ਸ਼ਬਦ, ਸਪਰਸ, ਰੂਪ, ਰਾਸ, ਗੰਧ, ਇਹ ਜਿਹੜੇ 5 ਵਿਸ਼ੇ ਨੇ, ਇਹ ਇਹਨਾਂ ਦੇ ਦੰਦ ਨੇ। ਅਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਗੁਰ ਮੰਤਰ ਦੇ ਧਾਰਨੀ ਗਾਰੜੂ ਮਹਾਂਪੁਰਖ ਨੇ, ਉਹ ਗੁਰ ਮੰਤਰ ਦੀ ਸ਼ਕਤੀ ਦੇ ਨਾਲ, ਇਸ ਗਾਰੜੂ ਮੰਤਰ ਦੀ ਸ਼ਕਤੀ ਦੇ ਨਾਲ ਮਾਇਆ ਰੂਪੀ ਸਪਣੀ ਦੇ ਅਤੇ ਨਾਲ ਹੀ ਇਹਦੇ 5 ਪੁੱਤਰ 5 ਵਿਕਾਰਾਂ ਦੇ ਦੰਦਾਂ ਨੂੰ ਬਾਹਰ ਕੱਢ ਦਿੰਦੇ ਨੇ। ਆ ਜਿਹੜੇ ਯੋਗੀ ਨੇ ਜਾਂ ਸਪੇਲੇ ਨੇ, ਜਦੋਂ ਸੱਪ ਨੂੰ ਫੜਦੇ ਨੇ ਨਾ, ਪਹਿਲਾਂ ਉਸ ਨੂੰ ਸਰੀਰ ਤੋਂ ਪਕੜ ਕੇ ਕੱਪੜੇ ਦੇ ਨਾਲ ਉਹਦੇ ਦੰਦ ਕੱਢ ਦਿੰਦੇ ਨੇ। ਦੰਦ ਇਸ ਲਈ ਕੱਢਦੇ ਨੇ, ਫਿਰ ਉਹ ਡੰਗ ਨਹੀਂ ਮਾਰ ਸਕਦਾ, ਅਤੇ ਜੇ ਡੰਗ ਨਹੀਂ ਮਾਰੇਗਾ ਫਿਰ ਜ਼ਹਿਰ ਨਹੀਂ ਚੜ੍ਹ ਸਕਦੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਗਾਰੜੂ ਨੇ ਵੀ ਉਹ ਗੁਰਮੰਤਰ ਦਾ ਅਭਿਆਸ ਕਰਦੇ ਨੇ, ਅਤੇ ਉਹ ਜਿਹੜੇ ਮਾਇਆ ਰੂਪੀ ਸਪਣੀ ਦੇ ਜਿਹੜੇ ਡੰਗ ਨੇ, ਅਥਵਾ ਜਿਹੜੇ 5 ਕਾਮ, ਕ੍ਰੋਧ ਆਦਿਕ ਵਿਕਾਰ ਸੱਪ ਨੇ, ਇਹਨਾਂ ਦੇ ਜਿਹੜੇ ਡੰਗ ਵਿਸ਼ੇ ਨੇ, ਅਤੇ ਉਹਨਾਂ ਨੂੰ ਉਹ ਨਾਸ ਕਰ ਦਿੰਦੇ ਨੇ। ਇਹਨਾਂ ਸੱਪਾਂ ਨੂੰ ਦੰਦਾਂ ਤੋਂ ਰਹਿਤ ਕਰ ਦਿੰਦੇ ਨੇ। ਅਤੇ ਮੰਤਰੰ ਗਾਰੜੀ ਨਿਵਾਰੰ, ਅਤੇ ਜਿਹੜੇ ਗਾਰੜੂ ਮੰਤਰ ਦੁਆਰਾ, ਗੁਰਮੰਤਰ ਦੇ ਅਭਿਆਸ ਦੁਆਰਾ ਉਹ ਇਸ ਦੀ ਵਿਸ਼ੇ ਵਾਸ਼ਨਾ ਦੀ ਜ਼ਹਿਰ ਨੂੰ ਵੀ ਨਿਵਰਤ ਕਰ ਦਿੰਦੇ ਹਨ। ਵਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣ ਹੈ। ਉਹ ਹਨ ਸੰਤ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਵਿਆਦ ਉਪਾੜਨ ਸੰਤੰ, ਉਹ ਸੰਤ ਮਹਾਂਪੁਰਖ ਵਿਆਹ ਤੋਂ ਪਾਵੈ ਜਿੰਨੇ ਸਰੀਰਕ ਰੋਗ ਨੇ, ਉਹਨਾਂ ਨੂੰ ਉਪਾੜਨ ਜੜੋਂ ਪੱਟ ਦਿੰਦੇ ਨੇ। ਭਾਵ ਸਰਬ ਰੋਗ ਕਾ ਔਖਦ ਨਾਮ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਜਿਹੜੇ ਪਰਮੇਸ਼ਰ ਦੇ ਪਿਆਰੇ ਗਾਰੜੂ ਨੇ, ਉਹ ਗੁਰਮੰਤਰ ਦੀ ਸ਼ਕਤੀ ਦੇ ਨਾਲ ਮਾਇਆ ਰੂਪੀ ਸਪਨੀ ਦੇ ਡੰਗ ਅਤੇ ਵਿਕਾਰਾਂ ਦੇ ਜਿਹੜੇ ਵਿਸ਼ੇ ਰੂਪੀ ਦੰਦ ਨੇ, ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ, ਅਤੇ ਜਿਹੜੀ ਵਿਸ਼ੇ ਵਾਸ਼ਨਾ ਦੀ ਜ਼ਹਿਰ ਹੈ ਉਸ ਨੂੰ ਖਤਮ ਕਰ ਦਿੰਦੇ ਨੇ, ਅਤੇ ਸਰੀਰ ਵਿੱਚ ਹੋਰ ਜਿੰਨੇ ਰੋਗ ਨੇ, ਬਿਮਾਰੀਆਂ ਨੇ, ਉਹਨਾਂ ਨੂੰ ਜੜੋਂ ਪੱਟ ਦਿੰਦੇ ਨੇ। ਨਾਨਕ ਲਬਦ ਕਰਮ ਨੇ। ਅਤੇ ਜਿਹੜੇ ਐਸੇ ਪਾਏ ਮਹਾਂਪੁਰਖ ਨੇ, ਜਿਨ੍ਹਾਂ ਦੀ ਕਿਰਪਾ ਦੇ ਨਾਲ
ਇਹਨਾਂ 5 ਵਿਕਾਰਾਂ ਨੂੰ ਤੇ ਵਿਸ਼ੇ ਵਾਸ਼ਨਾ ਨੂੰ ਨਾਸ਼ ਕੀਤਾ ਜਾ ਸਕਦਾ ਹੈ, ਉਹ ਚੰਗੇ ਕਰਮਾਂ ਦੇ ਨਾਲ, ਚੰਗੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੇ ਹਨ। ਜਾਥ ਕਾਥ ਰਮਣੰ ਫਰਣੰ ਸਰਬੱਤਰ ਜੀਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਲਾਲ ਤੇ ਕ੍ਰਿਸ਼ਨ ਲਾਲ, ਉਹ ਵਾਹਿਗੁਰੂ ਕਿੱਥੇ ਹੈ? ਹਜੂਰ ਕਹਿੰਦੇ ਜਥ ਕਥ ਰਮਣੰ, ਜਿੱਥੇ ਕਿੱਥੇ ਹਰ ਥਾਂ ਉਹ ਰਮਣੰ ਦਾ ਅਰਥ ਹੈ ਪਰਿਪੂਰਨ ਹੋ ਰਿਹਾ ਹੈ। ਸਰਣੰ ਸਰਬੱਤਰ ਜੀਣ ਹੈ, ਅਤੇ ਜਿੰਨੇ ਜੀਵ ਨੇ ਸਾਰਿਆਂ ਨੂੰ ਸ਼ਰਨ ਵਿੱਚ ਰੱਖਦੇ, ਭਾਵ ਜਿੰਨੇ ਜੀਵ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਰਹਿੰਦੇ ਨੇ। ਜਦੋਂ ਕਿਸੇ 'ਤੇ ਦੁੱਖ ਆਉਂਦਾ ਹੈ, ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਯਾਦ ਕਰਦੇ ਨੇ, ਅਤੇ ਵਾਹਿਗੁਰੂ ਬੌੜਦਾ ਵੀ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਰਬੱਤਰ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਵੀ ਹੈ। ਤਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸ਼ਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਤਥ ਲਗਣ ਪ੍ਰੇਮ ਨਾਨਕ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਨਾਂ ਦਾ ਪ੍ਰੇਮ ਲੱਗਦਾ ਹੈ। ਕਿੰਨਾਂ ਦਾ? ਪ੍ਰਸਾਦੰ ਗੁਰ ਦਰਸ਼ਨ ਹੈ, ਜਿਹੜੇ ਗੁਰੂ ਦੇ ਦਰਸ਼ਨ ਦੀਦਾਰ ਕਰਦੇ ਨੇ। ਗੁਰੂ ਦੇ ਦਰਸ਼ਨਾਂ ਦੇ ਨਾਲ ਅਤੇ ਗੁਰੂ ਦੀ ਪ੍ਰਸਾਦੰ ਕਿਰਪਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਦਾ। ਭਾਵ ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਅਤੇ ਨਾਲ ਗੁਰਮਤਿ ਦੀ ਸਿੱਖਿਆ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਇਹਨਾਂ ਬਚਨਾਂ ਦੀ ਪਾਲਣਾ ਕਰਦੇ ਹਾਂ ਅਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ। ਚਰਨਾਰ ਬਿੰਦ ਮਨ ਵਿਦਿਅੰ ਸਿੱਧਿਅੰ ਸਰਬ ਕੁਫਲਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਲਾਲ ਤੇ ਕ੍ਰਿਸ਼ਨ ਲਾਲ, ਚਰਨਾਰ ਬਿੰਦ ਮਨ ਵਿਦਿਅੰ, ਜਦੋਂ ਮਨੁੱਖ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਨਾਲ ਵਿੰਨ੍ਹਿਆ ਜਾਂਦਾ ਹੈ, ਕਿਉਂਕਿ ਪ੍ਰੇਮ ਵੀ ਤੀਰ ਹੈ ਨਾ, ਹਾ ਪ੍ਰੇਮ ਬਾਣੀ ਮਨ ਮਾਰਿਆ। ਇੱਕ ਕਲਗੀਧਰ ਪਾਤਸ਼ਾਹ ਦੇ ਸਮੇਂ ਕਵੀ ਹੋਇਆ, ਉਸ ਕਵੀ ਨੇ ਪ੍ਰੇਮ ਦੇ ਸੰਬੰਧ ਵਿੱਚ ਬਹੁਤ ਸੁੰਦਰ ਇੱਕ ਸਵਈਆ ਉਚਾਰਨ ਕੀਤਾ, ਕਵਿਤਾ ਲਿਖੀ ਹੈ, ਅਤੇ ਉਸਨੇ ਇਹ ਲਿਖਿਆ ਹੈ ਬਈ ਜਿਹੜੇ ਅਸਲੀ ਪਰਮੇਸ਼ਰ ਦੇ ਜਾਂ ਗੁਰੂ ਦੇ ਪਿਆਰ ਵਾਲੇ ਹੁੰਦੇ ਨੇ, ਉਹ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਨਾਲ ਵਿੰਨ੍ਹ ਦਿੰਦੇ ਨੇ। ਇਸ਼ਕ ਨਗੀਨਾ ਸੋਈ ਜਾਨਣ, ਜਿਹੜੇ ਹੋਵਨ ਆਪ ਨਗੀਨੇ, ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ, ਕਾਇਰ ਲੋਕ ਕਮੀਨੇ। ਇਸ਼ਕ ਨਹੀਂ, ਇਹ ਤਿੱਖੀਆਂ ਛੁਰੀਆਂ ਕਾਵ ਕਰਨ ਵਿੱਚ ਸੀਨੇ, ਮਨ ਦੀਆਂ ਤਪਤਾਂ ਮਿਟਣ ਬਿਹਾਰੀ, ਜੇ ਦਿਸਣ ਗੁਰੂ ਨਗੀਨੇ। ਇਹ ਬਿਹਾਰੀ ਕਵੀ ਦਾ ਲਿਖਿਆ ਹੋਇਆ ਛੰਦ ਹੈ। ਉਹ ਕਹਿੰਦਾ, ਜਦੋਂ ਗੁਰੂ ਨਗੀਨੇ ਵਾਂਗੂ ਅਮੋਲਕ, ਬੇਸ਼ਕੀਮਤੀ ਅਤੇ ਸੋਭਾ ਵਾਲੇ ਸਤਿਗੁਰੂ ਮਿਲ ਜਾਂਦੇ ਨੇ, ਫਿਰ ਮਨ ਦੀਆਂ ਸਾਰੀਆਂ ਤਪਸ਼ਾਂ ਮਿਟ ਜਾਂਦੀਆਂ ਨੇ। ਚਰਨਾਰ ਬਿੰਦ ਮਨ ਵਿਦਿਅੰ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਵਿੱਚ ਵਿੰਨ੍ਹਿਆ ਜਾਂਦਾ ਹੈ, ਸਿੱਧਿਅੰ ਸਰਬ ਕੁਸ਼ਲ ਨੇ, ਉਹਨਾਂ ਨੂੰ ਸਾਰੇ ਹੀ ਕੁਸ਼ਲਨਾਂ ਦਾ ਅਰਥ ਹੈ ਸੁਖ, ਸਿੱਧਿਅੰ ਦਾ ਅਰਥ ਹੈ ਪ੍ਰਾਪਤ ਹੋ ਜਾਂਦੇ ਨੇ। ਸਿੱਧਿਅੰ ਸਰਬ ਕੁਸ਼ਲ ਨੇ, ਕੁਸ਼ਲ ਤੋਂ ਭਾਵ ਇਸ ਲੋਕ ਦੇ ਸੁੱਖ ਵੀ ਅਤੇ ਪਰਲੋਕ ਦੇ ਸੁੱਖ ਵੀ, ਸਰੀਰਕ ਸੁੱਖ ਵੀ ਅਤੇ ਆਤਮਕ ਸੁੱਖ ਵੀ, ਪਦਾਰਥਾਂ ਦੇ ਸੁੱਖ ਵੀ ਅਤੇ ਮੁਕਤੀ ਦਾ ਸੁੱਖ ਵੀ, ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਗਾਥਾ ਗਾਵੰਤ ਨਾਨਕ ਭਵਯੰ ਪਰਾ ਪੂਰਬਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗਾਥਾ ਗਾਵੰਤ ਨਾਨਕ, ਇਸ ਗਾਥਾ ਬਾਣੀ ਨੂੰ ਉਹੀ ਗਾਉਂਦਾ ਹੈ, ਅਥਵਾ ਗਾਥਾ ਗਾਵੰਤ ਨਾਨਕ, ਉਸ ਵਾਹਿਗੁਰੂ ਪਰਮੇਸ਼ਰ ਦੀ ਗਾਥਾ ਕਥਾ ਨੂੰ ਉਹੀ ਗਾਵੰਤ, ਉਸ ਵਾਹਿਗੁਰੂ ਦੀ ਕਥਾ ਨੂੰ ਉਚਾਰਨ ਕਰਦਾ ਹੈ। ਭਵਯੰ ਪਰਾ ਪੂਰਬਣ ਹੈ, ਜਿਸ ਦੇ ਪਰਾ ਉਤਕ੍ਰਿਸ਼ਟ ਪੂਰਬਲੇ ਜਨਮਾਂ ਦੇ ਵਿੱਚ
ਭਵਯੰਗ ਦਾ ਅਰਥ ਹੈ ਚੰਗੇ ਕਰਮ ਕੀਤੇ ਹੁੰਦੇ ਨੇ ਅਤੇ ਚੰਗੇ ਭਾਗ ਲਿਖੇ ਜਾਂਦੇ ਨੇ। ਭਵਯੰਗ ਦਾ ਅਰਥ ਭਾਗ ਕੀਤਾ ਗਿਆ ਹੈ। ਭਵਯੰਗ ਪਰਾਪੂਰਬਨ ਹੈ, ਜਿਨ੍ਹਾਂ ਦੇ ਪਰਾ ਉਤਕ੍ਰਿਸ਼ਟ ਅਤੇ ਪੂਰਬਲੇ ਕਰਮਾਂ ਦੇ ਚੰਗੇ ਭਾਗ ਲਿਖੇ ਹੁੰਦੇ ਨੇ, ਉਹੀ ਇਸ ਗਾਥਾ ਬਾਣੀ ਨੂੰ ਗਾਉਂਦੇ ਨੇ ਅਥਵਾ ਗੁਰਬਾਣੀ ਦੀ ਕਥਾ ਉਚਾਰਨ ਕਰਦੇ ਨੇ। ਜਿਹੜਾ ਭਵਯੰਗ ਸ਼ਬਦ ਹੈ, ਇਹਦੇ ਵਿਦਵਾਨਾਂ ਨੇ ਹੋਰ ਵੀ ਅਰਥ ਕੀਤੇ ਨੇ। ਭਵਯੰਗ ਦਾ ਅਰਥ ਹੈ ਭੂਤ ਕਾਲ। 3 ਕਾਲ ਨੇ ਨਾ, ਭੂਤ, ਭਵਿੱਖ, ਵਰਤਮਾਨ। ਭਵਯੰਗ ਪਰਾਪੂਰਬਨ ਹੈ। ਭਵਯੰਗ ਤੋਂ ਭਾਵ ਹੈ ਭੂਤ ਕਾਲ ਤੋਂ, ਪਿਛਲੇ ਲੰਬੇ ਸਮੇਂ ਤੋਂ, ਪ੍ਰਾਚੀਨ ਸਮੇਂ ਤੋਂ ਲੈ ਕੇ ਬਹੁਤ ਸਾਰੇ ਜਿਹੜੇ ਰਿਸ਼ੀ ਮੁਨੀ ਲੋਕ ਨੇ, ਉਸ ਵਾਹਿਗੁਰੂ ਪਰਮੇਸ਼ਰ ਦੀ ਗਾਥਾ ਨੂੰ ਗਾਉਂਦੇ ਆ ਰਹੇ ਨੇ ਅਤੇ ਹੁਣ ਵੀ ਗਾ ਰਹੇ ਨੇ। ਅਤੇ ਭਵਯੰਗ ਦਾ ਅਰਥ ਹੈ ਅੱਗੇ ਨੂੰ ਵੀ, ਭਵਿੱਖਤ ਦੇ ਸਮੇਂ ਵੀ ਉਹ ਹਮੇਸ਼ਾ ਲਈ ਵਾਹਿਗੁਰੂ ਦੀ ਕਥਾ ਨੂੰ ਉਚਾਰਨ ਕਰਦੇ ਰਹਿਣਗੇ। ਤੀਸਰਾ ਭਵਯੰਗ ਦਾ ਅਰਥ ਕੀਤਾ ਚਤਰ। ਭਵਯੰਗ ਪਰਾਪੂਰਬਨ ਹੈ। ਜਿਹੜੇ ਭਵਯੰਗ ਚਤਰ ਪੁਰਸ਼ ਨੇ, ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਗਾਥਾ ਨੂੰ ਗਾਉਂਦੇ ਨੇ ਅਤੇ ਉਸ ਵਾਹਿਗੁਰੂ ਦੀ ਕਥਾ ਨੂੰ ਉਚਾਰਨ ਕਰਦੇ ਹਨ। ਜਾਂ ਭਵਯੰਗ ਦਾ ਅਰਥ ਕਥਨ ਹੀ ਹੈ। ਗਾਥਾ ਗਾਵੰਤ ਨਾਨਕ ਭਵਯੰਗ ਪਰਾਪੂਰਬਨ ਹੈ, ਵੀ ਉਹ ਇਸ ਗਾਥਾ ਬਾਣੀ ਨੂੰ ਗਾਉਂਦੇ ਨੇ ਅਤੇ ਨਾਲ ਭਵਯੰਗ, ਇਸ ਗਾਥਾ ਬਾਣੀ ਨੂੰ ਭਵਯੰਗ ਉਚਾਰਨ ਕਰਦੇ ਨੇ। ਪਰਾਪੂਰਬਨ ਹੈ, ਵੀ ਜਿਨ੍ਹਾਂ ਦੇ ਮਸਤਕ 'ਤੇ ਪਰਾ ਉਤਕ੍ਰਿਸ਼ਟ ਅਤੇ ਪੂਰਬਲੇ ਜਨਮਾਂ ਦੇ ਕੋਈ ਚੰਗੇ ਭਾਗ ਲਿਖੇ ਹੁੰਦੇ ਹਨ। ਸੋਭ ਬਚਨ ਰਮਣੰ ਗਵਣੰ ਸਾਧ ਸੰਗੇਨ, ਉਦਰਣਹਿ ਸੰਸਾਰ ਸਾਗਰੰ, ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਗਰੀਬਨ ਵਾਜ ਸਤਿਗੁਰੂ ਜੀ ਹੁਣ ਅੱਗੇ ਫਰਮਾਉਂਦੇ ਨੇ, ਇਹ ਜਿਹੜੀਆਂ ਅੱਗੇ ਪੰਕਤੀਆਂ ਆ ਰਹੀਆਂ ਨੇ, ਇਹਨਾਂ ਦੇ ਜਿਹੜੇ ਵਿਸ਼ਰਾਮ ਨੇ ਅਰਥਾਂ ਦੇ ਹਿਸਾਬ ਦੇ ਨਾਲ ਕੀਤੇ ਗਏ ਨੇ। ਜਿਵੇਂ ਕਿ ਸੰਪਰਦਾਇ ਭਿੰਡਰਾਂ 9ਵੀਂ ਟਕਸਾਲ ਦੇ ਵਿੱਚ ਮਹਾਂਪੁਰਖ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਪਰ ਲਿਖਾਰੀਆਂ ਨੇ ਜਾਂ ਪ੍ਰੈਸ ਵਾਲਿਆਂ ਨੇ ਜਿਹੜੀਆਂ ਹੱਦਾਂ ਨੇ, ਡੰਡੀਆਂ ਨੇ, ਉਹ ਆਪਣੇ ਹਿਸਾਬ ਦੇ ਨਾਲ ਲਿਖੀਆਂ ਹੋਈਆਂ ਨੇ। ਪਰ ਅਰਥ ਵਾਸਤੇ ਮਹਾਂਪੁਰਖ ਇਸੇ ਤਰ੍ਹਾਂ ਹੀ ਇਹ ਪਾਠ ਕਰਵਾਉਂਦੇ ਸਨ। ਸੋ ਬਚਨ ਰਮਣੰ ਗਵਣੰ ਸਾਧ ਸੰਗੇਨ, ਅਨਵੇਂ ਕਰਕੇ ਅਰਥ ਲੱਗੇਗਾ ਗਵਣੰ ਸਾਧ ਸੰਗੇਨ। ਜਿਹੜੇ ਸਾਧ ਸੰਗਤ ਵਿੱਚ ਜਾ ਕੇ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ, ਸੋ ਬਚਨ ਰਮਣੰ, ਸ਼ੋ ਬਚਨ ਕੀ ਹੈ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਕੋ। ਆ ਸ਼ੋਭ ਬਚਨ ਗੁਰਬਾਣੀ ਦੇ ਸ਼ਬਦ ਉਚਾਰਨ ਕਰਦੇ ਹਨ। ਉਦਰਨਾ ਸੰਸਾਰ ਸਾਗਰੰ, ਇਹ ਅਰਥ ਵਾਸਤੇ ਵਿਸਰਾਮ ਨੇ। ਫਿਰ ਉਹ ਸੰਸਾਰ ਸਮੁੰਦਰ ਤੋਂ ਉਦਰਨਾ, ਤਰ ਜਾਂਦੇ ਹਨ। ਨਾਨਕ ਪੁਨਰਪ ਜਨਮ ਨਾ ਲੱਭਿਆ, ਤੇ ਜਿਹੜੇ ਸਾਧ ਸੰਗਤ ਵਿੱਚ ਜਾ ਕੇ ਸ਼ੁਭ ਬਚਨ ਗੁਰਬਾਣੀ ਦੇ ਸ਼ਬਦ ਉਚਾਰਨ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਗਾਉਂਦੇ ਨੇ, ਗੁਰਬਾਣੀ ਦੀ ਵਿਚਾਰ ਕਰਦੇ ਨੇ, ਉਹ ਭਵ ਸਾਗਰ ਤੋਂ ਤਰ ਜਾਂਦੇ ਹਨ। ਅਤੇ ਨਾਨਕ ਪੁਨਰਪ ਦਾ ਅਰਥ ਹੈ ਪੁਨ੍ਹਾ ਫਿਰ ਅਪੀ ਨਿਸ਼ਚੇ ਕਰਕੇ ਜਨਮ ਨਾ ਲੱਭਿਆ, ਅਤੇ ਫਿਰ ਉਹਨਾਂ ਨੂੰ ਦੁਬਾਰਾ ਜਨਮ ਨਹੀਂ ਪ੍ਰਾਪਤ ਹੁੰਦਾ। ਇਹਦਾ ਮਤਲਬ ਇਹ ਹੈ, ਜਿਹੜਾ ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਪੜ੍ਹਦਾ ਹੈ ਅਤੇ ਫਿਰ ਉਹ ਭਵ ਸਾਗਰ ਤੋਂ ਤਰ ਜਾਂਦਾ ਹੈ, ਫਿਰ ਦੁਬਾਰਾ ਮੁੜ ਕੇ ਉਸ ਨੂੰ ਜਨਮ ਨਹੀਂ ਲੈਣਾ ਪੈਂਦਾ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਵੇਦ ਪੁਰਾਣ ਸ਼ਾਸਤਰ ਵਿਚਾਰੰ, ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਜਿਹੜੇ ਗੁਰਮੁਖ ਬੰਦੇ ਨੇ ਉਹ ਕੀ ਕਰਦੇ ਨੇ, ਵੇਦਾਂ ਦੀ, ਪੁਰਾਣਾਂ ਦੀ ਅਤੇ ਸ਼ਾਸਤਰਾਂ ਦੀ ਵਿਚਾਰ ਕਰਦੇ ਨੇ। ਵੇਦ ਹਿੰਦੂ ਧਰਮ ਦੇ ਸਰਵੋਤਮ ਗਿਆਨ ਦੇ ਗ੍ਰੰਥ ਮੰਨੇ ਗਏ। ਸ਼ਾਮ ਵੇਦ ਰਿਗ ਜੁਜਰ ਅਥਰਵਣ, 4 ਵੇਦ ਨੇ, 4 ਉਪਵੇਦ ਨੇ, 8 ਵੇਦ ਮੰਨੇ ਗਏ ਨੇ। ਲਓ ਹਜੂਰ ਕਹਿੰਦੇ ਨੇ ਜਿਹੜੇ ਵੇਦਾਂ ਨੂੰ ਪੜ੍ਹਦੇ ਨੇ ਅਤੇ ਪੁਰਾਣ 18 ਮੰਨੇ ਨੇ, ਇਹ ਇੱਕ ਇਤਿਹਾਸਕ ਗ੍ਰੰਥ ਨੇ। ਅਤੇ ਸ਼ਾਸਤਰ ਜਿਹੜੇ ਹੋਰ ਧਰਮ ਗ੍ਰੰਥ ਨੇ, ਜਿਨ੍ਹਾਂ ਦੀ ਗਿਣਤੀ 6 ਮੰਨੀ ਗਈ ਹੈ। ਖਟ ਸ਼ਾਸਤਰ, ਇਉਂ
4 ਵੇਦ 4 ਉਪਵੇਦ 8 ਹੋ ਗਏ ਅਤੇ 18 ਪ੍ਰਾਣ ਅਤੇ ਖਟ ਸ਼ਾਸਤਰਾਂ ਦੀ ਜਿਹੜੇ ਵਿਚਾਰ ਕਰਦੇ ਹਨ। ਏਕੰਕਾਰ ਨਾਮ ਉਰ ਧਾਰੰ। ਫਿਰ ਇਸ ਦੇ ਨਾਲ ਜਿੱਥੇ ਧਰਮ ਗ੍ਰੰਥਾਂ ਦੀ ਵਿਚਾਰ ਕਰਦੇ ਹਨ ਉਥੇ ਇੱਕ ਓਂਕਾਰ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਵੀ ਕਰਦੇ ਨੇ। ਨਾਲ ਧਰਮ ਗ੍ਰੰਥਾਂ ਦੀ ਵਿਚਾਰ ਅਤੇ ਨਾਲ ਦੀ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਨ। ਕੁਲ ਹੈ ਸਮੂਹ ਸਗਲ ਉਧਾਰੰ। ਫਿਰ ਉਹ ਆਪਣੀਆਂ ਸਾਰੀਆਂ ਹੀ ਕੁਲਾਂ ਦਾ ਉਧਾਰ ਕਰ ਲੈਂਦੇ ਨੇ। ਜਿੰਨੀਆਂ ਸਮੂਹ ਕੁਲਾਂ ਨੇ ਸਾਰੀਆਂ ਦਾ ਉਧਾਰ ਹੋ ਜਾਂਦਾ। ਭਗਤ ਜਨਾਂ ਕਿ 21 ਹੀ ਕੁਲ ਉਧਾਰੇ। 21 ਕੁਲਾਂ ਕਿਹੜੀਆਂ ਨੇ? 21 ਕੁਲਾਂ 7 ਦਾਦਕਿਆਂ ਦੀਆਂ, 7 ਨਾਨਕਿਆਂ ਦੀਆਂ, 7 ਸਹੁਰੇ ਪਰਿਵਾਰ ਦੀਆਂ। ਇਹ 21 ਕੁਲਾਂ ਮੰਨੀਆਂ ਨੇ, ਪਰ ਗੁਰੂ ਮਹਾਰਾਜ ਨੇ ਇੱਥੇ ਸਮੂਹ ਸ਼ਬਦ ਵਰਤਿਆ। ਸਮੂਹ ਕੁਲਾਂ, ਇੱਕ ਬਿੰਦੀ ਕੁਲ ਹੁੰਦੀ ਹੈ, ਦੂਜੀ ਨਾਦੀ ਕੁਲ ਹੁੰਦੀ ਹੈ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਉਹ ਬਿੰਦੀ ਕੁਲਾਂ ਵੀ ਅਤੇ ਨਾਦੀ ਕੁਲਾਂ ਵੀ ਸਾਰੀਆਂ ਦਾ ਹੀ ਉਧਾਰ ਕਰ ਲੈਂਦੇ ਹਨ। ਵਡਭਾਗੀ ਨਾਨਕ ਕੋ ਤਾਰੰ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਪੁਰਸ਼, ਕੋਈ ਦਾ ਅਰਥ ਹੈ ਕੋਈ ਵਿਰਲੇ, ਆਪ ਵੀ ਤਰ ਜਾਂਦੇ ਨੇ ਅਤੇ ਤਾਰੰਗ ਦੂਜਿਆਂ ਨੂੰ ਵੀ ਤਾਰਦੇ ਹਨ, ਕਿਉਂਕਿ ਮਹਾਂਪੁਰਖਾਂ ਦਾ ਜੀਵਨ ਜਹਾਜ਼ ਵਾਂਗ ਬਣ ਜਾਂਦਾ। ਭਾਈ ਮੰਝ ਸਾਹਿਬ ਜੀ ਨੇ ਸੇਵਾ ਕੀਤੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਵਰਦਾਨ ਬਖਸ਼ਿਆ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਇਤਾ ਜਗ ਲੰਘਣਹਾਰਾ। ਉਹ ਗੁਰਮੁਖ ਆਪ ਵੀ ਤਰ ਜਾਂਦੇ ਨੇ ਅਤੇ ਦੂਜਿਆਂ ਨੂੰ ਵੀ ਤਾਰ ਦਿੰਦੇ ਹਨ। ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ। ਲੋ ਉਸੇ ਸਿਧਾਂਤ ਨੂੰ ਫਿਰ ਅੱਗੇ ਦੁਬਾਰਾ ਸਪਸ਼ਟ ਕਰਦੇ ਹਨ। ਸਿਮਰਨ ਗੋਬਿੰਦ ਨਾਮੰ, ਜਿਹੜੇ ਗੁਰਮੁਖ ਪਿਆਰੇ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਨੇ, ਭਾਵ ਨਾਮ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹਨ। ਉਦਰਣੰ ਕੁਲ ਸਮੂਹ ਨੇ, ਉਹ ਆਪਣੀਆਂ ਸਾਰੀਆਂ ਕੁਲਾਂ ਦਾ ਹੀ ਉਧਾਰ ਕਰ ਲੈਂਦੇ ਹਨ। ਲਬਦਿਅੰ ਸਾਧ ਸੰਗੇਨ ਨਾਨਕ, ਵਡਭਾਗੀ ਭੇਟੰਤ ਦਰਸ਼ਨ ਹੈ। ਇਹ ਜਿਹੜੀ ਸਿਮਰਨ ਦੀ ਦਾਤ ਹੈ ਮਿਲਦੀ ਕਿੱਥੋਂ ਹੈ? ਲਬਦਿਅੰ ਸਾਧ ਸੰਗੇਨ ਨਾਨਕ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਸਾਧ ਸੰਗਤ ਵਿੱਚੋਂ, ਗੁਰਮੁਖਾਂ ਦੀ ਸੰਗਤ ਵਿੱਚੋਂ, ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਇਹ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂ? ਮਹਾਂਪੁਰਖ ਆਪ 8 ਪਹਿਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ। 8 ਪਹਿਰ ਇੱਕ ਤਾਂ ਲਿਵੈ ਮੰਨੇਨ ਹੁਕਮਾ ਅਪਾਰ। ਜਿਹੜਾ ਉਹਨਾਂ ਦੀ ਸੰਗਤ ਵਿੱਚ ਚਲਿਆ ਜਾਂਦਾ ਉਹਨੂੰ ਵੀ ਕਹਿੰਦੇ ਨੇ ਆਪ ਜਪੈ ਅਵਰਹਿ ਨਾਮ ਜਪਾਵੇ। ਭਾਈ ਤੁਸੀਂ ਵੀ ਨਾਮ ਜਪੋ। ਇਉਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਇਹ ਨਾਮ ਦੀ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਵਡਭਾਗੀ ਭੇਟੰਤ ਦਰਸ਼ਨ ਹੈ, ਅਤੇ ਵਡਭਾਗੀ ਪੁਰਸ਼ਾਂ ਨੂੰ ਐਸੇ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੁੰਦੇ ਨੇ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਤੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡਿਆਂ ਭਾਗਾਂ ਦੇ ਨਾਲ ਮਹਾਂਪੁਰਖਾਂ ਦੀ ਸੰਗਤ ਅਤੇ ਸੰਗਤ ਦੀ ਕਿਰਪਾ ਦੇ ਨਾਲ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਅਤੇ ਨਾਮ ਜਪ ਕੇ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਸਰਬ ਦੋਖ ਪਰੰ ਤਿਆਗੀ, ਸਰਬ ਧਰਮ ਦ੍ਰਿੜੰਤਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਸਰਬ ਦੋਖ ਪਰੰ ਤਿਆਗੀ। ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਚੰਗੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਆਦਮੀ ਕਰਦਾ ਕੀ ਹੈ? ਸਰਬ ਦੋਖ ਪਰੰ ਤਿਆਗੀ। ਜਿੰਨੇ ਵੀ ਦੋਸ਼ ਨੇ, ਦੋਸ਼ ਤੋਂ ਭਾਵ ਸਾਡੇ ਸਰੀਰ ਵਿੱਚ ਨੁਕਸ ਨੇ, ਔਗਣ ਨੇ, ਐਬ ਨੇ, ਵੈਲ ਨੇ, ਵਿਕਾਰ ਨੇ, ਪਾਪ ਨੇ, ਇਹ ਸਾਰੇ ਦੋਸ਼ ਹੀ ਹੈ। ਪਰੰ ਤਿਆਗੀ, ਪਰੰ ਦਾ ਅਰਥ ਹੈ ਪਰ ਵਿਸ਼ੇਸ਼ ਕਰਕੇ ਉਹ ਸਾਰੇ ਦੋਸ਼ਾਂ ਨੂੰ ਤਿਆਗ ਦਿੰਦੇ ਨੇ। ਜਦੋਂ ਕੋਈ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦਾ ਹੈ, ਪਹਿਲਾਂ ਉਹ ਇਹੀ ਗੱਲ ਕਹਿੰਦੇ ਨੇ, ਜੋ ਕੋਈ ਚੋਰੀ ਕਰਦਾ ਕਹਿੰਦੇ ਭਾਈ ਚੋਰੀ ਕਰਨੀ ਛੱਡ ਦੇ।
ਜੇ ਕੋਈ ਯਾਰੀ ਕਰਦਾ ਉਹਨੂੰ ਕਹਿੰਦੇ ਭਾਈ ਯਾਰੀ ਕਰਨੀ ਛੱਡ ਦੇ। ਜੇ ਕੋਈ ਵਿਕਾਰ ਵਿਭਚਾਰ ਕਰਦਾ ਉਹਨੂੰ ਕਹਿੰਦੇ ਭਾਈ ਇਹ ਛੱਡ ਦੇ। ਜੇ ਕੋਈ ਸ਼ਰਾਬ ਕਬਾਬ ਦਾ ਸੇਵਨ ਕਰਦਾ ਕਹਿੰਦੇ ਭਾਈ ਇਹਨਾਂ ਨੂੰ ਛੱਡ। ਉਹ ਪਹਿਲਾਂ ਮਾੜੀਆਂ ਵਹਿਬਤਾਂ, ਵਿਕਾਰ ਅਤੇ ਮਾੜੇ ਕੰਮਾਂ ਦਾ ਤਿਆਗ ਕਰਾਉਂਦੇ ਨੇ। ਇਹੀ ਤਾਂ ਮਹਾਂਪੁਰਖਾਂ ਦੀ ਸੰਗਤ ਦਾ ਫਲ ਹੈ। ਸਰਬ ਦੋਖ ਪਰੰਗ ਤਿਆਗੀ, ਜਿਹੜਾ ਮਹਾਂਪੁਰਖਾਂ ਦੀ ਸੰਗਤ ਵਿੱਚ ਚਲਿਆ ਜਾਂਦਾ ਹੈ ਫਿਰ ਪਰੰਗ ਵਿਸ਼ੇਸ਼ ਕਰਕੇ ਸਾਰੇ ਦੋਸ਼ਾਂ ਨੂੰ ਉਹ ਤਿਆਗ ਦਿੰਦਾ ਹੈ। ਸਰਬ ਧਰਮ ਦ੍ਰਿੜੰਤ ਨੇ, ਫਿਰ ਜਿੰਨੇ ਧਰਮ ਦੇ ਆਸੂਲ ਨੇ, ਜਿੰਨੇ ਧਰਮ ਦੇ ਗੁਣ ਹਨ, ਜਿੰਨੇ ਧਰਮ ਦੇ ਚਿੰਨ੍ਹ ਹਨ, ਉਹ ਸਾਰਿਆਂ ਨੂੰ ਹੀ ਦ੍ਰਿੜ ਕਰਵਾਉਂਦੇ ਨੇ। ਉਹ ਕੀ ਕਹਿੰਦੇ ਨੇ, ਭਾਈ ਤੂੰ ਆਹ ਜਿਹੜੇ ਸਿੱਖੀ ਦੇ 5 ਕਕਾਰ ਨੇ ਇਹਨਾਂ ਨੂੰ ਧਾਰਨ ਕਰਨੇ। ਨਿਸ਼ਾਨੇ ਸਿੱਖੀ 5 ਹਰਫ ਫਸ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ 5 ਮੁਆਫ, ਕੜਾ ਕਾਰਦੋ ਕਸ਼ ਕੰਗੇ ਬਿਦਾਂ, ਬਿਲਾ ਕੇਸ ਹੇਚ ਅਸ ਜੁਮਲੇ ਨਿਸ਼ਾਂ। ਉਹ 5 ਕਕਾਰਾਂ ਦੀ ਰਹਿਤ, ਬਾਣੀ ਦੀ ਰਹਿਤ, ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆ ਕੀਰਤਨ ਸੋਹਿਲਾ ਜ਼ਰੂਰ ਪੜ੍ਹਨੇ। ਇਹ ਸਾਰੀ ਧਰਮ ਦੀ ਮਰਜ਼ਾਦਾ ਨੂੰ, ਸਿੱਖਿਆ ਨੂੰ ਦ੍ਰਿੜ ਕਰਵਾ ਦਿੰਦੇ ਨੇ। ਅਤੇ ਜਾਂ ਕੁਛ ਜਿਹੜੇ ਹੋਰ ਵੀ ਧਰਮ ਗ੍ਰੰਥ ਨੇ ਉਹਨਾਂ ਦੇ ਵਿੱਚ ਲਿਖਿਆ ਸਰਬ ਧਰਮ ਦ੍ਰਿੜੰਤ ਨੇ। ਧਰਮ ਤ੍ਰੀ ਧਾਤੂ ਤੋਂ ਬਣਿਆ ਹੋਇਆ। ਧਰਮ ਸੰਸਕ੍ਰਿਤ ਦਾ ਸ਼ਬਦ ਮੰਨਿਆ ਗਿਆ ਹੈ। ਇਹਦਾ ਅਰਥ ਹੈ ਧਾਰਨ ਯੋਗ ਵਸਤੂ। ਧਰਮ ਦਾ ਅਰਥ ਹੈ ਧਾਰਨ ਯੋਗ ਵਸਤੂ। ਜਿਸ ਨੂੰ ਧਾਰਨ ਕੀਤਾ ਜਾਵੇ ਉਹਨੂੰ ਧਰਮ ਕਹਿੰਦੇ ਨੇ। ਤਜ ਸਭ ਭਰਮ ਭਜੋ ਪਾਰ ਬ੍ਰਹਮ ਕਉ ਨਾਨਕ ਅਟਲ ਇਹੋ ਧਰਮ। ਸੇਵਾ ਅਤੇ ਸਿਮਰਨ ਸਿੱਖ ਧਰਮ ਦੇ ਬੁਨਿਆਦੀ ਅਸੂਲ ਨੇ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਦਇਆ ਤੋਂ ਸੇਵਾ ਦਾ ਜਨਮ ਹੈ, ਸੰਤੋਖ ਤੋਂ ਸਿਮਰਨ ਪੈਦਾ ਹੁੰਦਾ। ਇਹ ਸਾਰੇ ਧਰਮ ਦੇ ਅਸੂਲ ਉਹਨੂੰ ਸਮਝਾ ਦਿੰਦੇ ਨੇ। ਅਥਵਾ ਹਰਦਿਆਲ ਪੰਡਤ ਜੀ ਨੇ ਧਰਮ ਦੇ 10 ਚਿੰਨ੍ਹ ਲਿਖੇ ਨੇ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ, ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਣ। ਇਹ ਸਾਰੇ ਧਰਮ ਦੇ ਜਿਹੜੇ ਚਿੰਨ੍ਹ ਨੇ ਉਹ ਸਾਰੇ ਉਹਨਾਂ ਨੂੰ ਦ੍ਰਿੜ ਕਰਵਾ ਦਿੰਦੇ ਨੇ। ਭਾਈ ਖਿਮਾ ਗੁਣ ਨੂੰ ਧਾਰਨ ਕਰਨਾ। ਅਹਿੰਸਾ 3 ਪ੍ਰਕਾਰ ਦੀ ਹਿੰਸਾ ਹੁੰਦੀ, ਮਨ, ਬਾਣੀ, ਸਰੀਰ ਦੀ। ਇਹਨਾਂ ਦਾ ਤਿਆਗ ਕਰਨਾ। ਦਇਆ, ਅਹਿੰਸਾ, ਖਿਮਾ, ਮ੍ਰਿਦ। ਦਇਆ ਗੁਣ ਧਾਰਨ ਕਰਨਾ, ਖਿਮਾ ਧਾਰਨ ਕਰਨੀ ਹੈ ਅਤੇ ਕੋਮਲ ਸੁਭਾਅ ਰੱਖਣਾ, ਮਿੱਠਾ ਸੁਭਾਅ ਰੱਖਣਾ। ਸਤ ਬਚਨ ਤਪ ਦਾਨ, ਸੱਚੇ ਬਚਨ ਬੋਲਣੇ ਨੇ। ਤਪ ਕਰਨਾ ਹੈ। ਤਪ ਹੈ ਇੱਕ ਤਾਂ ਤਾਮਸੀ ਭੇਦ ਕਰਕੇ ਸਰੀਰ ਨੂੰ ਕਸ਼ਟ ਦੇਣਾ, ਹੈ ਤਾਮਸੀ ਤਪ ਹੈ। ਰਾਜਸੀ ਤਪ ਹੈ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ, ਅਤੇ ਸ਼ਾਂਤਕੀ ਤਪ ਹੈ ਮਨ ਨੂੰ ਵਾਸ਼ਨਾ ਵੱਲੋਂ ਰੋਕਣਾ। ਐਸਾ ਉਹ ਤਪ ਵੀ ਕਰਦੇ ਨੇ, ਵੀ ਧਰਮ ਦਾ ਚਿੰਨ੍ਹ ਹੈ। ਅਤੇ ਇਸੇ ਤਰ੍ਹਾਂ ਦਾਨ ਵੀ ਦਸਵੰਧ ਦੇਣਾ, ਇਹ ਗੁਰੂ ਦਾ ਹੁਕਮ ਹੈ। ਸੀਲ ਨਿੱਘਾ ਸੁਭਾਅ ਧਾਰਨ ਕਰਨਾ, ਸਹਿਨਸ਼ੀਲਤਾ ਵਾਲਾ ਸੁਭਾਅ ਰੱਖਣਾ। ਸੌਚ ਤਨ ਅਤੇ ਮਨ ਦੀ ਪਵਿੱਤਰਤਾ ਰੱਖਣੀ ਹੈ। ਤ੍ਰਿਸ਼ਨਾ ਤੋਂ ਰਹਿਤ ਹੋਣਾ, ਇਹ ਧਰਮ ਦੇ ਚਿੰਨ੍ਹ ਨੇ। ਉਹ ਸਾਰੇ ਧਰਮ ਦੇ ਜਿਹੜੇ ਗੁਣ ਨੇ, ਧਰਮ ਦੇ ਅਸੂਲ ਨੇ, ਉਹਨਾਂ ਨੂੰ ਦ੍ਰਿੜ ਕਰਵਾ ਦਿੰਦੇ ਹਨ। ਲਬ ਦੇਨ ਫਾਦ ਸੰਗੇਨ, ਨਾਨਕ ਮਸਤਕ ਲਿਖਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਇਹ ਸਾਰੇ ਜਿਹੜੇ ਗੁਣ ਨੇ ਲੱਭਦੇਨ ਸਾਧ ਸੰਗੇਨ, ਗੁਰਮੁਖਾਂ ਦੀ ਸੰਗਤ ਵਿੱਚੋਂ, ਮਹਾਂਪੁਰਖਾਂ ਦੀ ਸੰਗਤ ਵਿੱਚੋਂ ਲੱਭਦੇ ਨੇ। ਸਾਰੇ ਦੋਸ਼ਾਂ ਦਾ, ਐਬਾਂ ਦਾ, ਵੈਲਾਂ ਦਾ, ਵਿਕਾਰਾਂ ਦਾ, ਨਸ਼ਿਆਂ ਦਾ, ਵਿਸ਼ਿਆਂ ਦਾ ਤਿਆਗ ਅਤੇ ਸਾਰੇ ਸਿੱਖੀ ਦੇ ਗੁਣਾਂ ਨੂੰ ਧਾਰਨ ਕਰਨਾ। ਇਹ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਸਾਰੇ ਗੁਣ ਲੱਭਦੇ ਨੇ। ਨਾਨਕ ਮਸਤਕ ਲਿਖਣਾ। ਪੂਰਨ ਮਹਾਂਪੁਰਖਾਂ ਦੀ ਸੰਗਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਨ੍ਹਾਂ ਦੇ ਮੱਥੇ 'ਤੇ ਚੰਗੇ ਭਾਗ ਲਿਖੇ ਹੁੰਦੇ ਨੇ। ਹੁਣ ਜਿਹੜੇ ਸ਼ਬਦ ਦ੍ਰਿੜੰਤ ਨ ਹੈ, ਅੱਗੇ 2 ਸਿਫਰਾਂ ਵਾਂਗੂ 2 ਨੁਕਤੇ ਲੱਗੇ ਹੋਏ ਨੇ। ਇਹਨਾਂ ਨੂੰ ਸੰਸਕ੍ਰਿਤ ਵਿੱਚ ਬਸਰਗਾਂ ਕਹਿੰਦੇ ਨੇ। ਬਸਰਗਾਂ, ਇਹਨਾਂ ਦਾ ਉਚਾਰਨ ਮੁਕਤੇ ਹਾਹੇ ਵਾਂਗ ਕੀਤਾ ਜਾਂਦਾ ਹੈ। ਸੋ ਇੱਥੇ ਗੁਰੂ ਮਹਾਰਾਜ ਨੇ ਹੁਣ ਪ੍ਰਾਕ੍ਰਿਤ ਭਾਸ਼ਾ ਦੇ ਉਹ ਪੰਡਤ ਸਨ, ਹਰੀ ਲਾਲ ਅਤੇ ਕ੍ਰਿਸ਼ਨ ਲਾਲ,
ਤੇ ਉਹਨਾਂ ਨੂੰ ਪਹਿਲਾਂ ਪ੍ਰਾਕ੍ਰਿਤ ਭਾਸ਼ਾ ਦੁਆਰਾ 67 ਸ਼ਲੋਕ ਉਚਾਰਨ ਕਰਕੇ ਉਪਦੇਸ਼ ਦਿੱਤਾ। ਹੁਣ ਗਾਥਾ ਬਾਣੀ ਜਿਸ ਦੇ ਵਿੱਚ ਸੰਸਕ੍ਰਿਤ, ਪਾਲੀ, ਬਿਰਜ ਹੋਰ ਕਈ ਭਾਸ਼ਾ ਸਮਿਲਿਤ ਹੁੰਦੀਆਂ ਨੇ, ਉਸ ਭਾਸ਼ਾ ਦੇ ਵਿੱਚ ਉਪਦੇਸ਼ ਦੇ ਰਹੇ ਹਨ ਅਤੇ ਨਾਲ ਦੀ ਨਾਲ ਜੋ ਉਸ ਭਾਸ਼ਾ ਦੇ ਕੁਝ ਵੱਖਰੇ ਅਸੂਲ ਨੇ ਉਹ ਵੀ ਇਹਦੇ ਵਿੱਚ ਇਸਤੇਮਾਲ ਕਰ ਰਹੇ ਹਨ। ਹੁਣ ਇੱਥੇ ਬਸਰਗਾਂ ਸੰਸਕ੍ਰਿਤ ਵਿੱਚ ਲੱਗਦੀਆਂ ਨੇ, ਉਹਨਾਂ ਦਾ ਪ੍ਰਯੋਗ ਕੀਤਾ ਹੈ। ਸਰਬ ਧਰਮ ਦ੍ਰਿੜੰਤ ਨੇ, ਨਾਨਕ ਮਸਤਕ ਲਿਖਣਾ ਹੈ, ਅਤੇ ਹਾਹੇ ਵਾਂਗੂ ਇਹਨਾਂ ਦਾ ਉਚਾਰਨ ਕੀਤਾ ਜਾਂਦਾ ਹੈ। ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ। ਲੋ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਹਮੇਸ਼ਾ ਰਹਿਣ ਵਾਲਾ ਹੈ। ਹੋਇਓ ਪਿਛਲੇ ਸਮੇਂ ਵਿੱਚ ਵੀ ਉਹ ਹੋਇਆ ਹੈ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਵਰਤ ਰਿਹਾ ਹੈ। ਹੋਵੰਤ ਅੱਗੇ ਨੂੰ ਵੀ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਪਰਿਪੂਰਨ ਹੈ, ਹਰਨ ਭਰਨ ਸੰਪੂਰਨ ਹੈ। ਫਿਰ ਉਹ ਵਾਹਿਗੁਰੂ ਹਰਨ ਭਰਨ ਜਾਕਾ ਨੇਤਰਪੁਰ, ਅੱਖ ਦੇ ਫੋਰੇ ਵਿੱਚ ਹੀ ਸਾਰੇ ਸੰਸਾਰ ਨੂੰ ਹਰਨ ਨਾਸ ਕਰ ਦਿੰਦਾ ਹੈ ਅਤੇ ਭਰਨ ਸਭ ਦੀ ਪੂਰਤੀ ਵੀ ਕਰ ਦਿੰਦਾ। ਭਾਵ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸਾਰੇ ਜੀਵਾਂ ਨੂੰ ਰਿਜ਼ਕ ਵੀ ਦਿੰਦਾ ਹੈ, ਅਤੇ ਜਦੋਂ ਵਾਹਿਗੁਰੂ ਦੀ ਆਪਣੀ ਮੌਜ ਹੁੰਦੀ ਹੈ ਅਤੇ ਸਭ ਨੂੰ ਨਾਸ ਵੀ ਕਰ ਦਿੰਦਾ ਹੈ। ਸੰਪੂਰਨ ਹੈ ਅਤੇ ਉਹ ਸਰਵ ਵਿਆਪਕ ਹੈ। ਅਥਵਾ ਹਰਨ ਭਰਨ ਸੰਪੂਰਨ ਹੈ, ਸੰਪੂਰਨ ਸੰਸਾਰ ਨੂੰ ਨਾਸ ਕਰਨ ਵਾਲਾ ਵੀ ਅਤੇ ਉਹਦੀ ਪੂਰਤੀ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ। ਸਤਮ ਜਾਣੋ, ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਭਾਈ ਇਸ ਗੱਲ ਨੂੰ ਸਤਮ ਜਾਣੋ, ਨਿਸ਼ਚੇ ਕਰਕੇ ਜਾਣ ਲਵੋ। ਜਾਂ ਦੂਜਾ ਇਹਦਾ ਅਰਥ ਸਤਮ ਜਾਣੋ, ਇਸ ਗੱਲ ਨੂੰ ਸੱਚੀ ਜਾਣੋ। ਕਿਹੜੀ ਗੱਲ ਨੂੰ? ਸਾਧੂ ਜਿਹੜੇ ਰੱਬ ਦੇ ਪਿਆਰੇ ਨੇ, ਨਾਨਕ ਪ੍ਰੀਤ ਕਾਰਣੰ, ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਦਾ ਕਾਰਨ ਸਬੱਬ ਬਣਦੇ ਨੇ। ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਕਰੋ। ਰੰਗ ਲਾਗਤ 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 ਹੈ, ਪਰਮ ਭਾਗਤ 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 ਹੈ। ਜਦੋਂ ਆਪਾਂ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਅਤੇ ਸਾਡਾ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਬਣ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਬਹੁਤ ਸੁੰਦਰ ਬਚਨ ਲਿਖੇ ਨੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾ ਭਾਉ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਇਸੇ ਲਈ ਹਾਜ਼ੂਰ ਕਹਿੰਦੇ ਨੇ, ਇਸ ਗੱਲ ਨੂੰ ਸੱਚੀ ਜਾਣੋ, ਰੱਬ ਦੇ ਪਿਆਰੇ ਮਹਾਂਪੁਰਖ ਉਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲਾਉਂਦੇ ਨੇ, ਉਹੀ ਪ੍ਰੀਤੀ ਦਾ ਕਾਰਨ ਬਣਦੇ ਹਨ। ਸੁਖੇਨ ਬੈਨ ਰਤਨੰ ਰਚਨੰ ਕੁਸੁੰਭ ਰੰਗਣ ਹੈ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸੁਖੇਨ ਬੈਨ ਰਤਨ, ਜਿਹੜੇ ਸਤਿਗੁਰੂ ਦੇ ਬੈਨ ਬਚਨ ਨੇ, ਸੁਖੇਨ ਆਤਮਕ ਸੁੱਖ ਦੇਣ ਵਾਲੇ ਨੇ, ਅਤੇ ਰਤਨੰ ਰਤਨਾ ਵਾਂਗੂ ਬੜੇ ਅਮੋਲਕ ਵੀ ਨੇ। ਉਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ। ਇਹ ਜਿਹੜੇ ਗੁਰੂ ਦੇ ਬੈਨ ਬਚਨ ਨੇ ਲੋਕ ਅਤੇ ਪਰਲੋਕ ਦਾ ਸੁੱਖ ਦੇਣ ਵਾਲੇ ਨੇ ਅਤੇ ਰਤਨਾ ਵਾਂਗੂ ਬੜੇ ਅਮੋਲਕ ਨੇ। ਪਰ ਅਸੀਂ ਇਹਨਾਂ ਨੂੰ ਛੱਡ ਕੇ ਰਚਨ ਕੁਸੁੰਭ ਰੰਗਣੇ, ਜਿਹੜੇ ਕੁਸੁੰਭੀ ਰੰਗ ਹੈ, ਕੁਸੁੰਭੀ ਰੰਗ ਕਿਹੜਾ ਹੈ? ਨਸ਼ਿਆਂ ਅਤੇ ਵਿਸ਼ਿਆਂ ਦਾ ਰੰਗ। ਆ ਜਿਹੜੇ ਲੱਚਰ ਗੀਤ ਨੇ ਅਤੇ ਲੱਚਰ ਸੰਗੀਤ ਹੈ, ਇਹ ਕੁਸੁੰਭੀ ਰੰਗ ਹੈ। ਅਤੇ ਅਸੀਂ ਜਿਹੜੇ ਰਤਨਾਂ ਵਰਗੇ ਅਮੋਲਕ ਬਚਨ ਨੇ ਸਤਿਗੁਰੂ ਦੇ, ਇਹਨਾਂ ਨੂੰ ਛੱਡ ਕੇ ਅਤੇ ਕੁਸੁੰਭੀ ਰੰਗ ਵਾਂਗੂ ਜਿਹੜੇ ਦੁਨੀਆ ਦੇ ਲੱਚਰ ਗੀਤ ਅਤੇ ਸੰਗੀਤ ਨੇ ਅਤੇ ਉਹਨਾਂ ਨੂੰ ਅਸੀਂ ਸੁਣਨ ਲੱਗ ਜਾਂਦੇ ਹਾਂ। ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ। ਪਰ ਉਹਦੇ ਨਾਲ ਹੁੰਦਾ ਕੀ ਹੈ? ਜਿਹੜਾ ਗੁਰੂ ਦੀ ਬਾਣੀ ਨੂੰ ਛੱਡ ਕੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ।
ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨਾ ਨਹੀਂ ਤਨ ਮੈਂ ਰੋਗ। ਜਿਹੜੇ ਗੁਰੂ ਦੇ ਬਚਨਾਂ ਨੂੰ ਛੱਡ ਕੇ ਕੁਸੁੰਬੀ ਰੰਗ ਵਾਂਗ ਅਤੇ ਜਿਹੜੇ ਨਸ਼ਿਆਂ ਵਿਸ਼ਿਆਂ ਦੇ ਰੰਗ ਦੇ ਵਿੱਚ ਤਦਾਕਾਰ ਹੁੰਦੇ ਨੇ, ਰੋਗ ਸੋਗ ਵਿਯੋਗ, ਫਿਰ ਉਹਨਾਂ ਨੂੰ ਰੋਗ ਚਿੰਬੜਦੇ ਨੇ, ਬਿਮਾਰੀਆਂ ਲੱਗ ਜਾਂਦੀਆਂ ਨੇ, ਨਾ ਮੁਰਾਦ ਮਰਜ਼ਾਂ ਉਹਨਾਂ ਨੂੰ ਘੇਰ ਲੈਂਦੀਆਂ ਨੇ, ਫਿਰ ਸੋਗ ਉਹਨਾਂ ਦੇ ਮਨ ਵਿੱਚ ਚਿੰਤਾ ਫਿਕਰ ਪੈਦਾ ਹੋ ਜਾਂਦਾ ਹੈ ਅਤੇ ਵਿਯੋਗੰ ਅਤੇ ਵਾਹਿਗੁਰੂ ਤੋਂ ਵਿਛੋੜਾ ਹੋ ਜਾਂਦਾ ਹੈ। ਜਿਹੜੇ ਗੁਰੂ ਦੀ ਬਾਣੀ ਨੂੰ ਛੱਡ ਕੇ ਲੱਚਰ ਗੀਤ ਸੰਗੀਤ ਸੁਣਦੇ ਨੇ, ਫਿਰ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ, ਮਾਨਸਿਕ ਰੋਗ ਵੀ ਲੱਗਦੇ ਨੇ, ਸਰੀਰਕ ਰੋਗ ਵੀ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ, ਅਤੇ ਫਿਰ ਉਹਨਾਂ ਨੂੰ ਸੋਗ ਗਮ ਚਿੰਤਾ ਫਿਕਰ ਘੇਰਦੇ ਨੇ ਅਤੇ ਵਾਹਿਗੁਰੂ ਤੋਂ ਵਿਛੋੜਾ ਪੈ ਜਾਂਦਾ। ਨਾਨਕ ਸੁੱਖ ਨਾ ਸੁਪਨੇ, ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਫਿਰ ਉਹਨਾਂ ਨੂੰ ਕਦੇ ਸੁਪਨੇ ਮਾਤਰ ਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਹੁਣ ਕਈ ਲੋਕ ਕਹਿੰਦੇ ਨੇ ਵੀ ਸਾਨੂੰ ਤਾਂ ਸੁਪਨਾ ਵੀ ਚੱਜਦਾ ਨਹੀਂ ਆਉਂਦਾ। ਇੱਕ ਇੰਗਲੈਂਡ ਦੇ ਵਿੱਚ ਕੋਈ ਗੁਰਮੁਖ ਪਿਆਰਾ ਮਿਲਿਆ, ਸੁਭਾਵਿਕ ਗੱਲਬਾਤ ਹੋਈ। ਦਾਸ ਨੇ ਉਹਨੂੰ ਪੁੱਛਿਆ ਬਈ ਤੁਹਾਨੂੰ ਇੱਥੋਂ ਦਾ ਮਾਹੌਲ ਅੱਛਾ ਲੱਗਿਆ ਕਿ ਜਾਂ ਇੰਡੀਆ ਦਾ, ਇੱਥੋਂ ਗਏ ਸਨ। ਉਹਨਾਂ ਦਾ ਜਵਾਬ ਸੀ, ਕਹਿਣ ਲੱਗੇ ਬਾਈ ਜੀ ਸਾਨੂੰ ਤਾਂ ਜਦੋਂ ਸੁਪਨਾ ਆਉਂਦਾ ਨਾ ਇੰਡੀਆ ਦਾ ਹੀ ਆਉਂਦਾ। ਰਹਿੰਦੀ ਇੰਗਲੈਂਡ ਦੇ ਵਿੱਚ ਆ, ਸੁਪਨੇ ਇੰਡੀਆ ਦੇ ਆਉਂਦੇ ਨੇ। ਇਹਦਾ ਮਤਲਬ ਜਿੱਥੇ ਸਾਡਾ ਬਹੁਤਾ ਲਗਾਓ ਹੁੰਦਾ ਉਹੀ ਚੀਜ਼ਾਂ ਸਾਨੂੰ ਸੁਪਨੇ ਵਿੱਚ ਵੀ ਯਾਦ ਆਉਂਦੀਆਂ ਨੇ। ਪਰ ਜਿਹੜੇ ਬਹੁਤੇ ਨਸ਼ਿਆਂ ਵਿਸ਼ਿਆਂ ਦੇ ਆਦੀ ਹੋ ਜਾਂਦੇ ਨੇ, ਹਾਜ਼ੂਰ ਕਹਿੰਦੇ ਉਹਨਾਂ ਨੂੰ ਸੁਪਨੇ ਵਿੱਚ ਵੀ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਇੱਕ ਇਹੋ ਜਿਹਾ ਵੀ ਇੱਕ ਨੌਜਵਾਨ ਮਿਲਿਆ, ਉਹਦੀ ਅਮਰੀਕਾ ਦੀ ਫਾਈਲ ਲਾਈ ਹੋਈ ਹੈ। ਉਹ ਕਹਿੰਦਾ ਬਈ ਮੈਨੂੰ ਕਦੇ ਸੁਪਨਾ ਵੀ ਨਹੀਂ ਆਇਆ ਵੀ ਮੈਂ ਅਮਰੀਕਾ ਚਲਿਆ ਗਿਆ, ਸੁਪਨੇ 'ਚ ਵੀ ਨਹੀਂ ਉੱਥੇ ਮੈਂ ਜਾ ਸਕਿਆ। ਇਹੋ ਜਿਹੀਆਂ ਕਲਪਨਾ ਦੇ ਵਿੱਚ ਉਹਨਾਂ ਦਾ ਜੀਵਨ ਬਤੀਤ ਹੁੰਦਾ। ਕਦੇ ਸੁਪਨੇ ਵਿੱਚ ਵੀ ਉਹਨਾਂ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਸੁਪਨੇ ਵਿੱਚ ਵੀ ਜੋ ਚਾਹੁੰਦੇ ਨੇ ਉਹ ਸੁੱਖ ਨਹੀਂ ਉਹਨਾਂ ਨੂੰ ਮਿਲਦੇ। ਕਿਉਂ? ਉਹਨਾਂ ਨੂੰ ਬਾਣੀ ਭੁੱਲ ਜਾਂਦੀ ਹੈ। ਜਦੋਂ ਗੁਰੂ ਭੁੱਲ ਜਾਂਦਾ ਹੈ ਅਤੇ ਅਸੀਂ ਕੁਸੁੰਬੀ ਰੰਗ ਦੇ ਵਿੱਚ ਨਸ਼ਿਆਂ ਵਿਸ਼ਿਆਂ ਦੇ ਵਿੱਚ ਭੈੜੇ ਗੀਤ ਸੰਗੀਤ ਸੁਣਨ ਵਿੱਚ ਲੱਗ ਜਾਂਦੇ ਹਾਂ, ਫਿਰ ਇਹਦੇ ਨਾਲ ਰੋਗ ਸੋਗ ਵਿਯੋਗ ਸਾਨੂੰ ਘੇਰਦੇ ਨੇ ਅਤੇ ਕਦੇ ਸੁਪਨੇ ਵਿੱਚ ਵੀ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਅਥਵਾ ਆਹ ਜਿਹੜਾ ਸੰਸਾਰ ਹੈ ਇਹ ਵੀ ਸੁਪਨਾ ਹੀ ਹੈ ਨਾ, ਜੋ ਸੁਪਨਾ ਰਹਿਣ ਆਈ। ਸਿਆਣੇ ਪੁਰਸ਼ਾਂ ਨੇ ਇੱਕ ਵਿਚਾਰ ਦੱਸੀ ਆ ਵੀ ਇੱਕ ਉਹ ਸੁਪਨਾ ਜਿਹੜਾ ਬੰਦ ਅੱਖ ਦੁਆਰਾ ਅਸੀਂ ਵੇਖਦੇ ਹਾਂ। ਜਦੋਂ ਆਦਮੀ ਸੌਂਦਾ ਨਾ, ਅੱਖਾਂ ਬੰਦ ਕਰਦਾ, ਫਿਰ ਉਹ ਸੁਪਨਾ ਦਿਖਾਈ ਦਿੰਦਾ। ਪਰ ਉਹ ਸੁਪਨਾ ਜਿਹੜਾ ਬੰਦ ਅੱਖ ਦਾ ਅਸੀਂ ਵੇਖਦੇ ਹਾਂ, ਜਦੋਂ ਆਦਮੀ ਦੀ ਅੱਖ ਖੁੱਲ੍ਹਦੀ ਹੈ, ਜਾਗ ਆਉਂਦੀ, ਉਸ ਵੇਲੇ ਸੁਪਨਾ ਟੁੱਟ ਜਾਂਦਾ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਜਦੋਂ ਅੱਖ ਖੁੱਲ੍ਹਦੀ ਹੈ, ਬੰਦ ਅੱਖ ਦਾ ਸੁਪਨਾ ਟੁੱਟ ਜਾਂਦਾ। ਪਰ ਇਹ ਜਿਹੜਾ ਸੰਸਾਰ ਖੁੱਲ੍ਹੀ ਅੱਖ ਦਾ ਸੁਪਨਾ, ਇਹ ਅਸੀਂ ਬੰਦ ਅੱਖ ਦੇ ਨਾਲ ਨਹੀਂ ਵੇਖ ਸਕਦੇ, ਖੋਲ੍ਹ ਕੇ ਵੇਖ ਰਹੇ ਹਾਂ। ਇਹ ਸੁਪਨਾ ਕਦੋਂ ਟੁੱਟਦਾ? ਜਦੋਂ ਅੱਖਾਂ ਮੀਟਦੇ ਹਾਂ। ਜਦੋਂ ਅੰਧ ਦਾ ਸਮਾਂ ਆਉਂਦਾ ਹੈ ਨਾ, ਜਦੋਂ ਮੌਤ ਦਾ ਸੱਦਾ ਆਉਂਦਾ, ਉਸ ਵੇਲੇ ਆਦਮੀ ਦੀਆਂ ਅੱਖਾਂ ਦੀਆਂ ਪਲਕਾਂ ਬੰਦ ਹੁੰਦੀਆਂ ਅਤੇ ਜਦੋਂ ਅੱਖਾਂ ਬੰਦ ਹੁੰਦੀਆਂ ਨੇ ਫਿਰ ਇਹ ਸੁਪਨਾ ਟੁੱਟਦਾ। ਬੰਦ ਅੱਖ ਦਾ ਸੁਪਨਾ ਉਦੋਂ ਟੁੱਟਦਾ ਜਦੋਂ ਅੱਖਾਂ ਖੁੱਲ੍ਹਦੀਆਂ ਨੇ, ਪਰ ਖੁੱਲ੍ਹੀ ਅੱਖ ਦਾ ਸੁਪਨਾ ਉਦੋਂ ਟੁੱਟਦਾ ਜਦੋਂ ਅੱਖਾਂ ਬੰਦ ਹੁੰਦੀਆਂ ਨੇ, ਭਾਵ ਅੰਧ ਦਾ ਸਮਾਂ ਆਉਂਦਾ। ਇਹ ਸੰਸਾਰ ਵੀ ਸੁਪਨਾ ਹੈ, ਇਹ ਖੁੱਲ੍ਹੀ ਅੱਖ ਦਾ ਸੁਪਨਾ। ਅਤੇ ਉਹਨਾਂ ਨੂੰ ਇਹ ਸੰਸਾਰ ਰੂਪੀ ਸੁਪਨੇ ਦੇ ਵਿੱਚ ਕਦੇ ਵੀ ਉਹਨਾਂ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਸਾਰੀ ਜ਼ਿੰਦਗੀ ਰੋਗਾਂ ਸੋਗਾਂ ਦੇ ਵਿੱਚ ਹੀ ਉਹਨਾਂ ਦੀ ਬਰਬਾਦ ਹੁੰਦੀ ਹੈ। ਇਹ ਹੈ ਪਾਵਨ ਗਾਥਾ ਬਾਣੀ ਦੀ ਵਿਚਾਰ, ਜੋ ਆਪ ਸੰਗਤਾਂ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ ਸਰਵਣ ਕੀਤੀ ਹੈ। ਇਸ ਬਾਣੀ ਦੁਆਰਾ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਕਾਂਸ਼ੀ ਦੇ ਪੰਡਤ ਸਨ, ਪ੍ਰਾਕ੍ਰਿਤ ਭਾਸ਼ਾ ਦੇ ਪੰਡਤ ਸਨ। ਉਹਨਾਂ ਦੇ ਪਰਥਾਏ ਹਾਜ਼ੂਰ ਨੇ ਇਹ ਪਵਿੱਤਰ ਸੰਸਕ੍ਰਿਤੀ ਸ਼ਲੋਕ ਅਤੇ ਗਾਥਾ ਬਾਣੀ ਉਚਾਰਨ ਕੀਤੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਭਾਵੇਂ ਬਹਾਨਾ ਕੋਈ ਵੀ ਬਣਦਾ, ਪਰ ਗੁਰੂ ਦਾ ਉਪਦੇਸ਼ ਬਾਣੀ ਸਰਬਕਾਲੀ ਅਤੇ ਸਰਬ ਸਾਂਝੀ ਹੈ। ਹੁਣ ਵੀ ਸਾਡੇ ਲਈ ਉਨਾ ਹੀ ਇਹ ਉਪਦੇਸ਼ ਸਾਰਥਕ ਹੈ ਜਿੰਨਾ ਉਸ ਵੇਲੇ ਸੀ,
ਜੇ ਹੁਣ ਵੀ ਆਪਾਂ ਇਸ ਨੂੰ ਸੁਣਾਂਗੇ, ਮੰਨਾਂਗੇ, ਕਮਾਵਾਂਗੇ ਅਤੇ ਹੁਣ ਵੀ ਇਹ ਸਾਡੇ ਜੀਵਨ ਨੂੰ ਸਫਲ ਕਰ ਦੇਵੇਗਾ। ਅਤੇ ਜਦੋਂ ਆਪਾਂ ਸੁਣ ਉਪਦੇਸ਼ ਹਿਰਦੈ ਵਸਾਵਹੁ, ਮਨ ਇੱਛੇ ਨਾਨਕ ਫਲ ਪਾਵੋ, ਉਪਦੇਸ਼ ਨੂੰ ਸੁਣ ਕੇ ਆਪਣੇ ਅੰਦਰ ਵਸਾਵਾਂਗੇ, ਫਿਰ ਮਨਿਸ਼ਤ ਫਲ ਸਾਨੂੰ ਪ੍ਰਾਪਤ ਹੋ ਜਾਣਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੁਖੇਨ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਹੈ, ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।